स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। एक गल दस भी आ जेड़ी तू ट्रैवलिंग करदा ते ओदे तो बाद फ्रेश रहना एदा राज की है? एदा राज है अर्लिंगटन फ्यूल स्टॉप। अर्लिंगटन फ्यूल स्टॉप 1801 पायनियर स्ट्रीट हाईवे एग्जिट 208 ते जिथे तुहानू फ्री कॉफी, फ्री फैक्स सर्विस, फ्री ट्रक पार्किंग, रोटी, ठेका, लॉन्ड्री, शावर ते ट्रकां दा होर भी सामान आसानी नाल मिलेगा। हुणे कॉल करो 360 652 6066 यानी 360652 6066। ये दो लोकेशनां तो सेवावां प्रदान करदे ने। सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स। फोन नंबर 661 797 2354। USA ਦੀ one of the biggest car dealership ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ नो प्रॉब्लम। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660 या quicktrucklube.com। QTL because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਰਾਘਵ ਚੱਡਾ ਦਾ ਮਾਮਲਾ ਹਾਈ ਕੋਰਟ ਪਹੁੰਚਿਆ। ਹਾਈ ਕੋਰਟ ਬੜੀ ਸਖਤ ਨਜ਼ਰ ਆਈ ਇਸ ਮਾਮਲੇ ਤੇ। ਬਿਲਕੁਲ ਜੀ। ਰਾਘਵ ਚੱਡਾ ਨੂੰ ਜਿਸ ਵੇਲੇ ਸਲਾਹਕਾਰ ਕਮੇਟੀ ਜਿਹੜੀ ਬਣਾਈ ਗਈ ਹੈ ਜੀ ਜਾਂ ਸਲਾਹਕਾਰ ਕੌਂਸਲ ਕਹਿ ਦਈਏ, ਇਹ ਸਲਾਹਕਾਰ ਕੌਂਸਲ ਬਿਲਕੁਲ ਉਸੇ ਲਾਈਨ ਤੇ ਬਣਾਈ ਗਈ ਸੀ ਜਿਹੜੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਬਣਾਈ ਸੀ UPA ਸਰਕਾਰ ਵੇਲੇ ਜੀ। ਡਾਕਟਰ ਮਨਮੋਹਨ ਸਿੰਘ ਹੁੰਦੇ ਸੀ ਉਦੋਂ ਪ੍ਰਧਾਨ ਮੰਤਰੀ, ਤੇ ਇਹ ਜਿਹੜੀ ਕੌਂਸਲ ਬਣਾਈ ਸੀ, ਇਸ ਕੌਂਸਲ ਦੀ ਚੇਅਰਪਰਸਨ ਹੁੰਦੀ ਸੀ ਸੋਨੀਆ ਗਾਂਧੀ। ਅੱਛਾ ਜੀ। ਔਰ ਸੋਨੀਆ ਗਾਂਧੀ ਦੇ ਨਾਲ ਜਿਹੜੇ ਲੋਕ ਉਸ ਕੌਂਸਲ ਦੇ ਵਿੱਚ ਸੀ ਉਹ ਬੜੇ ਵਿਦਵਾਨ ਸੀ। ਉਹ ਬੜੀਆਂ ਸਲਾਹਾਂ ਚੰਗੀਆਂ ਦਿੰਦੇ ਸੀ। ਵੱਖ-ਵੱਖ ਤਰ੍ਹਾਂ ਦੇ ਵਿੱਚ ਵੱਖ-ਵੱਖ ਸੈਕਟਰਾਂ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਨਾਂ ਸੀ ਔਰ ਬੜੀ ਵਧੀਆ ਉਹਦੇ ਵਿੱਚ ਉਹਨਾਂ ਨੂੰ ਫੀਡਬੈਕ ਮਿਲਦੀ ਸੀ, ਅਤੇ ਉਸ ਫੀਡਬੈਕ ਦੇ ਆਧਾਰ ਦੇ ਉੱਤੇ ਕੁਝ ਚੰਗੇ ਕਾਨੂੰਨ ਵੀ ਬਣੇ ਸੀ ਜੀ। ਮਿਸਾਲ ਦੇ ਤੌਰ 'ਤੇ ਜੇ ਆਪਾਂ ITI ਦੇਖੀਏ, ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਜਿਹੜਾ ਜੀ, ਇਹ ਵੀ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ ਸੀ। ਲੇਕਿਨ ਬਾਅਦ ਵਿੱਚ ਇੱਕ ਬੀਬੀ ਹੁੰਦੀ ਜਿਹੜੀ ਉਹ ਅਮਿਤਾਭ ਬੱਚਨ ਦੀ ਵਾਈਫ ਦਾ ਨਾਂ ਹੈਗਾ ਜਯਾ ਬੱਚਨ ਨੂੰ ਇੱਕ ਵਾਰੀ ਕੀਤਾ ਸੀ ਇਹਨਾਂ ਨੇ, ਜਿਹੜੀ ਉੱਥੇ ਦੀ ਮੁਲਾਇਮ ਸਿੰਘ ਸਰਕਾਰ ਸੀ ਜਾਂ ਸਮਾਜਵਾਦੀ ਸਰਕਾਰ ਸੀ ਜੀ, ਉਹਨਾਂ ਨੇ ਫਿਲਮ ਕਾਰਪੋਰੇਸ਼ਨ ਦਾ ਬਣਾ ਦਿੱਤਾ ਸੀ ਚੇਅਰਪਰਸਨ। ਬਾਅਦ ਦੇ ਵਿੱਚ ਉਹਨਾਂ ਦੀ ਸ਼ਿਕਾਇਤ ਹੋ ਗਈ ਸੀ ਤੇ ਇਹ ਕਿਹਾ ਗਿਆ ਸੀ ਕਿ ਜੀ ਉਹ ਲਾਭ ਵਾਲੇ ਅਹੁਦੇ ਤੇ ਹੈ ਜੀ, ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਲਾਭ ਵਾਲੇ ਅਹੁਦੇ ਤੇ ਨਹੀਂ ਰਹਿ ਸਕਦਾ। ਤਾਂ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈਗੀ ਹੈ ਰਾਜ ਸਭਾ ਦੀ, ਉਹ ਕੈਂਸਲ ਹੋ ਗਈ ਸੀ ਜੀ। ਉਹ ਰਾਜ ਸਭਾ ਦੀ ਮੈਂਬਰ ਕੈਂਸਲ ਹੋ ਗਈ ਸੀ। ਫਿਰ ਉਹਨੇ ਅਸਤੀਫਾ ਦਿੱਤਾ, ਦੁਬਾਰਾ ਉਹਨੇ ਚੋਣ ਲੜੀ। ਬਿਲਕੁਲ ਇਸੇ ਤਰੀਕੇ ਨਾਲ ਜਦੋਂ ਸੋਨੀਆ ਗਾਂਧੀ ਦੇ ਉੱਤੇ ਅਟੈਕ ਹੋਇਆ ਤੇ ਫਿਰ ਮਾਮਲਾ ਉਹਦਾ ਵੀ ਗਿਆ, ਤੇ ਸੋਨੀਆ ਗਾਂਧੀ ਨੇ ਵੀ ਫਿਰ ਅਸਤੀਫਾ ਦਿੱਤਾ ਸੀ। ਅਸਤੀਫਾ ਦੇ ਕੇ ਉਹ ਦੁਬਾਰਾ ਚੁਣ ਕੇ ਆਈ ਸੀ। ਪੰਜਾਬ ਦੇ ਵਿੱਚ ਕਿਉਂਕਿ ਭਾਵੇਂ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੈ, ਲੇਕਿਨ ਜੀ ਜਿਹੜਾ ਹੁੰਦਾ ਰਾਜ ਕਰਨ ਦਾ ਤਜਰਬਾ ਉਹ ਦਿੱਲੀ ਵਾਲਿਆਂ ਨੂੰ ਕਿ ਅਸੀਂ ਇੱਥੇ ਕਰੀਏ। ਆਪਾਂ ਪਹਿਲਾਂ ਵੀ ਬੜੇ ਵਾਰੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਵੇਲੇ ਜਦੋਂ ਚੋਣ ਮੁਹਿੰਮ ਸ਼ੁਰੂ ਕੀਤੀ ਹੈ, ਉਹ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਨਾਂ ਤੇ ਵੋਟਾਂ ਨਹੀਂ ਸੀ ਮੰਗਦੀ, ਨਾ ਉਹ ਭਗਵੰਤ ਸਿੰਘ ਮਾਨ ਦੇ ਨਾਂ ਤੇ ਕੇਜਰੀਵਾਲ ਦੇ ਨਾਂ ਤੇ ਮੰਗਦੇ ਸੀ। ਉਹ ਕਹਿੰਦੀ ਹੁੰਦੀ ਸੀ, ਉਹ ਚੋਣ ਮੁਹਿੰਮ ਦਾ ਜਿਹੜਾ ਮੇਨ ਸਲੋਗਨ ਸੀ, ਇੱਕ ਮੌਕਾ ਕੇਜਰੀਵਾਲ ਨੂੰ।
ਕੇਜਰੀਵਾਲ ਆਮ ਆਦਮੀ ਪਾਰਟੀ ਗੈਪ ਕੇਜਰੀਵਾਲ ਪਰਸਨੈਲਿਟੀ ਕਲਟ ਹੈ ਜਿਹੜਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਬੰਦੇ ਦੇ ਮਤਲਬ ਇੱਕ ਵੱਡੇ ਲੀਡਰ ਦੇ ਤੌਰ ਦੇ ਉੱਤੇ ਪੇਸ਼ ਕਰਨਾ, ਤਾਂ ਕੇਜਰੀਵਾਲ ਨੂੰ ਪੇਸ਼ ਕੀਤਾ ਗਿਆ ਸੀ। ਲੇਕਿਨ ਉਸ ਮਾਮਲੇ ਨੇ ਬਹੁਤਾ ਜਿਹੜਾ ਹੈਗਾ ਕੋਈ ਰੰਗ ਨਾ ਦਿਖਾਇਆ। ਤੇ ਫਿਰ ਇਹ ਦੇਖਿਆ ਕਿ ਜਿਹੜੇ ਸਰਵੇ ਵਗੈਰਾ ਕਰਵਾਏ ਤੇ ਦੇਖਿਆ ਕਿ ਗੱਲ ਬਣ ਨਹੀਂ ਰਹੀ ਜੀ। ਫਿਰ ਕੇਜਰੀਵਾਲ ਸਾਹਿਬ ਹੋਰਾਂ ਨੇ ਜਦੋਂ ਜੁਆਇਨ ਕਰਵਾਇਆ ਆਪਣੇ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜੀ, ਉਦੋਂ ਉਹਨਾਂ ਨੂੰ ਐਲਾਨ ਕਰਨਾ ਪਿਆ ਸੀ ਕਿ ਤੁਹਾਨੂੰ ਪੰਜਾਬ ਦੇ ਵਿੱਚੋਂ ਹੀ ਦੇਵਾਂਗੇ, ਪੰਜਾਬੀ ਹੋਊਗਾ, ਸਿੱਖ ਹੋਊਗਾ, ਉਹ ਅਸੀਂ ਤੁਹਾਨੂੰ ਕੈਂਡੀਡੇਟ ਦੇਵਾਂਗੇ। ਭਗਵੰਤ ਸਿੰਘ ਮਾਨ ਵੀ ਉਦੋਂ ਹਾਜ਼ਰ ਸੀ, ਲੇਕਿਨ ਨਾਂ ਨਹੀਂ ਸੀ ਦੱਸਿਆ ਜੀ। ਫਿਰ ਬਾਅਦ ਦੇ ਵਿੱਚ ਖਬਰਾਂ ਬੜੀਆਂ ਚੱਲਦੀਆਂ ਰਹੀਆਂ, ਬਹੁਤ ਅਫਵਾਹਾਂ ਵੀ ਉੱਡਦੀਆਂ ਰਹੀਆਂ ਕਿ ਫਲਾਣੇ ਬੰਦੇ ਨੇ ਜੀ, ਫਲਾਣੇ ਨੇ ਆਹ ਕੀਤਾ, ਧਮਕੇ ਨੇ ਆਹ ਕੀਤਾ। ਉਹਦੇ ਵਿੱਚ ਫਿਰ ਨਾਂ ਆ ਗਿਆ ਸੀਗਾ ਇੱਕ ਵਾਰੀ SPS ਓਬਰਾਏ ਦਾ ਵੀ ਟ੍ਰਿਬਿਊਨ ਦੇ ਵਿੱਚ ਖਬਰ ਵੀ ਲੱਗੀ ਸੀ। ਹਾਂਜੀ, ਖਬਰ ਵੀ ਲੱਗੀ ਸੀ। ਖੈਰ ਉਹ ਤੋਂ ਬਾਅਦ ਉਹ ਵੀ ਮਾਮਲਾ ਅਖੀਰ ਅਲਟੀਮੇਟਲੀ ਭਗਵੰਤ ਸਿੰਘ ਮਾਨ ਦਾ ਨਾਂ ਪੇਸ਼ ਕਰਨ ਤੋਂ ਪਹਿਲਾਂ ਜੀ ਬਤੌਰ ਮੁੱਖ ਮੰਤਰੀ ਇੱਕ ਸਰਵੇਖਣ ਕਰਵਾਇਆ ਗਿਆ। ਉਹ ਸਰਵੇਖਣ ਦਾ ਫਿਰ ਜਦੋਂ ਰਿਜ਼ਲਟ ਦਿੱਤਾ, ਕੇਜਰੀਵਾਲ ਨੇ ਆਪ ਕਿਹਾ ਕਿ ਜੀ ਭਗਵੰਤ ਸਿੰਘ ਮਾਨ ਨੂੰ 90% ਤੋਂ ਉੱਪਰ ਲੋਕਾਂ ਨੇ ਚੰਗਾ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸਮਝਿਆ ਕਿ ਇਹਨੂੰ ਮੁੱਖ ਮੰਤਰੀ ਬਣਾਇਆ ਜਾਵੇ, ਸਾਡੇ ਲਈ ਇਹ ਬੰਦਾ ਚੰਗਾ ਰਹੂਗਾ। ਔਰ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਬੜਾ ਪਾਪੂਲਰ ਲੀਡਰ ਸੀ ਉਸ ਵੇਲੇ ਦਾ ਜੀ, ਉਹ ਅੱਜ ਕੱਲ੍ਹ ਤਾਂ ਉਹ ਜੇਲ੍ਹ ਦੇ ਵਿੱਚ ਹੈ, ਤੇ ਕੇਜਰੀਵਾਲ ਵੀ ਅਸੀਂ ਦੋਨੇ ਬਹੁਤ ਥੱਲੇ ਰਹਿ ਗਏ ਹਾਂ। ਹੁਣ ਇਹ ਸਮਝ ਨਹੀਂ ਆਉਂਦੀ ਕਿ ਕੇਜਰੀਵਾਲ ਨੇ ਆਪਦੇ ਨਾਂ ਦੇ ਉੱਤੇ ਤਾਂ ਲੋਕਾਂ ਦਾ ਪੁੱਛਿਆ ਤੇ ਉਹ ਮਾਮਲਾ ਆਮ ਆਦਮੀ ਪਾਰਟੀ ਦਾ, ਤੇ ਵਿੱਚ ਨਵਜੋਤ ਸਿੱਧੂ ਕਿੱਥੋਂ ਆ ਗਿਆ। ਇਹਨੂੰ ਵੀ ਆਪਾਂ ਕਹਾਂਗੇ ਕਿ ਇਹ ਇੱਕ ਜਿਹੜੀ ਹੈ ਇਵੈਂਟ ਮੈਨੇਜਮੈਂਟ ਸੀ। ਉਹ ਮੈਨੇਜਮੈਂਟ ਉਹਨਾਂ ਨੇ ਕੀਤੀ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਨਾਂ ਆ ਗਿਆ। ਮਾਨ ਸਾਹਿਬ ਜਿਹੜੇ ਹੈਗੇ ਹੈ ਬੜੇ ਨਿਖਰ ਕੇ ਸਾਹਮਣੇ ਆਏ ਤੇ ਲੋਕ ਇੱਕਦਮ ਜਿਹੜੇ ਉਲਟ ਜਿਵੇਂ ਸੌਣ ਦਾ ਬਦਲ ਵਰਦਾ ਹੁੰਦਾ ਐਂ ਵਰਪੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ। ਨਤੀਜਾ ਇਹ ਹੋ ਗਿਆ ਕਿ ਸੀਟਾਂ ਆ ਗਈਆਂ 92 ਜੀ, 92 ਸੀਟਾਂ ਆ ਗਈਆਂ। 92 ਸੀਟਾਂ ਹੋਣ ਤੋਂ ਬਾਅਦ 7 ਫਿਰ ਰਾਜ ਸਭਾ ਦੀਆਂ ਕੀਤੀਆਂ, 5 ਪਹਿਲਾਂ ਤੇ 2 ਮਗਰੋਂ। ਖੈਰ ਉਹਨਾਂ ਨੂੰ ਆਪਾਂ ਛੱਡ ਦਈਏ, ਬੜੇ ਵਾਰੀ ਉੱਤੇ ਗੱਲ ਕਰ ਲਈਏ। ਬਾਅਦ ਦੇ ਵਿੱਚ ਫਿਰ ਇੱਕ ਅਚਨਚੇਤ ਕੀ ਹੁੰਦਾ ਕਿ ਇੱਕ ਨੋਟੀਫਿਕੇਸ਼ਨ ਜਾਂ ਚਿੱਠੀ ਜਾਰੀ ਹੁੰਦੀ ਹੈ ਜੀ ਕਿ ਜੀ ਇੱਕ ਐਡਵਾਈਜ਼ਰੀ ਕਾਉਂਸਲ ਬਣਾਈ ਜਾਊਗੀ, ਸਲਾਹਕਾਰ ਕਾਉਂਸਲ, ਔਰ ਉਹ ਸਲਾਹਕਾਰ ਕਾਉਂਸਲ ਦਾ ਇੱਕ ਚੇਅਰਪਰਸਨ ਬਣਾਇਆ ਜਾਊ ਜੀ। ਸਲਾਹਕਾਰ ਕਾਉਂਸਲ ਫਿਰ ਬਣਾਈ ਗਈ, ਨੋਟੀਫਿਕੇਸ਼ਨ ਉਹਦਾ ਹੋਇਆ ਕੋਈ ਨਹੀਂ। ਇੱਕ ਚਿੱਠੀ ਜਾਰੀ ਕਰ ਦਿੱਤੀ ਕਿ ਸਲਾਹਕਾਰ ਕਾਉਂਸਲ ਦਾ ਮੁਖੀ ਰਾਘਵ ਚੱਡਾ ਹੋਊਗਾ ਜੀ, ਔਰ ਇਹ ਗੱਲ ਕਹਿੰਦੀ ਤਨਖਾਹ ਕੋਈ ਨਹੀਂ ਲਊਗਾ ਜੀ, ਬਗੈਰ ਤਨਖਾਹ ਤੋਂ ਕੰਮ ਕਰੂਗਾ। ਲੇਕਿਨ ਆਪਾਂ ਜਾਣਦੇ ਹਾਂ ਕਿ ਰਾਘਵ ਚੱਡਾ ਸਰਕਾਰੀ ਕੋਠੀ 'ਚ ਰਹਿ ਰਿਹਾ। ਬਿਲਕੁਲ ਸਰਕਾਰੀ ਕੋਠੀ, 50 ਨੰਬਰ ਕੋਠੀ। ਸਾਰੇ ਅਫਸਰ ਜਾ ਕੇ ਉੱਥੇ ਦਸਤਕ ਦਿੰਦੇ, ਉੱਥੇ ਲਾਈਨਾਂ ਬਣਾ ਕੇ ਖੜਦੇ। ਨਾਲੇ ਬਿਲਕੁਲ ਉਹ ਇੱਕ ਪਾਸੇ ਰਾਜ ਸਭਾ ਦਾ ਮੈਂਬਰ ਵੀ ਹੈ। ਹਾਂ, ਰਾਜ ਸਭਾ ਦਾ ਮੈਂਬਰ ਹੋਣਾ ਇੱਕ ਵੱਖਰੀ ਗੱਲ ਹੈ, ਲੇਕਿਨ ਸਰਕਾਰੀ ਅਫਸਰ ਰਾਜ ਸਭਾ ਦੇ ਮੈਂਬਰ ਨੂੰ ਤਾਂ ਜਵਾਬਦੇ ਨਹੀਂ ਹੈਗੇ। ਉਹ ਤਾਂ ਪੰਜਾਬ ਸਰਕਾਰ ਦੇ, ਪੰਜਾਬ ਦੇ ਮੁੱਖ ਮੰਤਰੀ ਨੂੰ ਜਵਾਬ ਦੇ। ਇਹ ਜਦੋਂ ਗੱਲਾਂ ਹੋਈਆਂ ਇਸ ਮਾਮਲੇ ਦੇ ਉੱਤੇ, ਫਿਰ ਸਰਦਾਰ ਜਗਮੋਹਨ ਸਿੰਘ ਭੱਟੀ ਹੈ ਮੇਰਾ ਖਿਆਲ ਵਕੀਲ ਸਾਹਿਬ ਦਾ ਨਾਮ, ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕਰਤੀ ਜੀ। ਇੱਥੇ ਮੈਂ ਇਹ ਵੀ ਦੱਸਵਾਂ ਕਿ ਜਗਮੋਹਨ ਸਿੰਘ ਭੱਟੀ ਹੋਰਾਂ ਨੇ ਪਹਿਲਾਂ ਵੀ ਕਈ ਘਰਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ 70 ਵਿਛਾਏ ਹੋਏ ਜੀ। ਜਿਵੇਂ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਵੀ ਪਾਰਲੀਮਾਨੀ ਸਕੱਤਰ ਹੁੰਦੇ ਸੀ, ਹਰਿਆਣੇ 'ਚ ਵੀ ਹੁੰਦੇ ਸੀ, ਹਿਮਾਚਲ 'ਚ ਵੀ ਹੁੰਦੇ ਸੀ। ਉਹ ਪਟੀਸ਼ਨ ਵੀ ਉਹਨਾਂ ਨੇ ਪਾਈ ਸੀ, ਸਾਰਿਆਂ ਨੂੰ ਮਤਲਬ ਜਿਹੜਾ ਹੈਗਾ ਕਰਵਾਇਆ ਸੀ ਕਿ ਇਹ ਜਿਹੜੀਆਂ ਹੈਗੀਆਂ ਗੈਰ ਸੰਵਿਧਾਨਕ ਪੋਸਟ ਹੈ। ਹੁਣ ਵੀ ਉਹਨਾਂ ਨੇ ਪਟੀਸ਼ਨ ਪਾਤੀ ਤੇ ਕੱਲ ਉਹ ਪਟੀਸ਼ਨ ਫਿਰ ਲੱਗੀ ਸੀ ਜੀ। ਉਹਨਾਂ ਨੇ ਪਟੀਸ਼ਨ ਦੇ ਵਿੱਚ ਇਹੀ ਜਿਹੜੀ ਦਲੀਲ ਦਿੱਤੀ ਸੀ ਕਿ ਜਿਹੜੀ ਇੱਕ ਤਾਂ ਪਹਿਲੀ ਗੱਲ ਇਹ ਨੋਟੀਫਿਕੇਸ਼ਨ ਨਹੀਂ ਹੋਇਆ, ਇੱਕ ਚਿੱਠੀ ਹੈ। ਦੂਜੀ ਗੱਲ ਜੇ ਅਜਿਹਾ ਨੋਟੀਫਿਕੇਸ਼ਨ ਹੁੰਦਾ, ਜਿਹੀ ਚਿੱਠੀ ਜਾਰੀ ਵੀ ਹੁੰਦੀ ਹੈ, ਨੋਟੀਫਿਕੇਸ਼ਨ ਹੁੰਦਾ, ਚਿੱਠੀ ਤਾਂ ਨਹੀਂ ਹੁੰਦੀ, ਉਹ ਗਵਰਨਰ ਵੱਲੋਂ ਹੁੰਦੀ ਹੈ, ਮੁੱਖ ਮੰਤਰੀ ਵੱਲੋਂ ਹੋ ਹੀ ਨਹੀਂ ਸਕਦੀ। ਔਰ ਉਹਨਾਂ ਨੇ ਕਿਹਾ ਜੀ ਇਹ ਤਾਂ ਗੈਰ ਵਿਧਾਨਕ ਹੈ, ਗੈਰ ਸੰਵਿਧਾਨਕ ਹੈ, ਇੱਕ ਅਲੱਗ ਸੱਤਾ ਕੇਂਦਰ ਹੈ। ਇਹਦੇ ਤੇ ਕੱਲ ਫਿਰ ਵਿਚਾਰ ਵਟਾਂਦਰਾ ਹੋਇਆ ਤੇ ਉਹਨੇ ਕਿਹਾ ਜੀ ਮੈਂ ਇਸ ਸੰਬੰਧ ਵਿੱਚ ਪਹਿਲਾਂ ਇੱਕ ਚਿੱਠੀ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਹਾਂ। ਇਹਦੇ ਤੇ ਜਦੋਂ ਵਿਚਾਰ ਵਟਾਂਦਰਾ ਹੋਇਆ ਤੇ ਵਿਚਾਰ ਵਟਾਂਦਰੇ ਦੇ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਜੀ ਗੱਲ ਹੀ ਕੁਛ ਨਹੀਂ ਜੀ, ਇਸ ਕਿਸਮ ਦੀਆਂ ਕਮੇਟੀਆਂ ਕੌਂਸਲਾਂ ਬਣਦੀਆਂ ਰਹਿੰਦੀਆਂ, ਔਰ ਕਮੇਟੀ ਬਣ ਗਈ ਕਿੱਡੀ ਵੱਡੀ ਗੱਲ ਹੈ, ਤਾਂ ਸਲਾਹਕਾਰ ਕਮੇਟੀ ਹੈ, ਸਲਾਹਾਂ ਦਿੰਦੀਆਂ ਰਹਿੰਦੀਆਂ, ਇਹਦੇ ਵਿੱਚ ਕੋਈ ਖਾਸ ਗੱਲ ਨਹੀਂ ਜੀ, ਇਹ ਤਾਂ ਐਵੇਂ ਹੀ ਹੈ। ਕਹਿੰਦੇ ਫਿਰ ਮਾਣਯੋਗ ਅਦਾਲਤ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਚੀਫ ਜਸਟਿਸ ਦਾ ਆਪ 'ਚ ਬੈਠਣਾ ਉਸ ਬੈਂਚ ਦੀ ਜੀ, ਉਹਨਾਂ ਨੇ ਕਿਹਾ ਫਿਰ ਜੇ ਅਜਿਹੀਆਂ ਕਮੇਟੀਆਂ ਨੇ ਕੰਮ ਕਰਨਾ, ਅਜਿਹੇ ਚੇਅਰਮੈਨਾਂ ਨੇ ਕੰਮ ਕਰਨਾ, ਫਿਰ ਸਰਕਾਰਾਂ ਕਾਹਦੇ ਲਈ ਹੈ, ਵੋਟਾਂ ਪਵਾਉਣ ਦੀ ਲੋੜ ਕੀ ਹੈ, ਫਿਰ ਲੋਕਾਂ ਦੇ ਵਿੱਚੋਂ ਸਰਕਾਰਾਂ ਚੁਣਨ ਦੀ, MLA ਚੁਣਨ ਦੀ ਲੋੜ ਕੀ ਹੈ। ਇਹ ਤਾਂ ਇੱਕ ਗੈਰ ਸੰਵਿਧਾਨਕ ਗੱਲ ਵਾਲੀ ਗੱਲ ਉਹਨੇ ਕਹਿ ਦਿੱਤੀ ਜੀ। ਇਹ ਜਦੋਂ ਉਹਨਾਂ ਨੇ ਬੜੀ ਸਖਤ ਗੱਲ ਕਹੀ ਤੇ ਫਿਰ ਉਹਨਾਂ ਨੇ ਕਹਿ ਦਿੱਤਾ ਜੀ ਅਜੇ ਤੱਕ ਤਾਂ ਜਿਹੜੀ ਹੈਗੀ, ਜਿਹੜੀ ਇਹਨਾਂ ਦੀ ਚਿੱਠੀ ਦਿੱਤੀ ਹੈ, ਉਹ ਚਿੱਠੀ ਦੇ ਉੱਤੇ ਕੋਈ ਫੈਸਲਾ ਹੀ ਨਹੀਂ ਹੋਇਆ ਜੀ। ਜਿਹੜੀ ਚਿੱਠੀ ਇਹਨਾਂ ਨੇ ਪੰਜਾਬ ਸਰਕਾਰ ਨੂੰ ਭੇਜੀ ਉਹ ਤੇ ਕੋਈ ਫੈਸਲਾ ਨਹੀਂ ਹੋਇਆ। ਜਿੰਨੀ ਦੇਰ ਤੱਕ ਉਹਦੇ ਤੇ ਕੋਈ ਫੈਸਲਾ ਨਹੀਂ ਹੁੰਦਾ ਤੇ ਇਹ ਜਿਹੜੀ ਹੈਗੀ ਪਟੀਸ਼ਨ ਤਾਂ ਬੇਕਾਰ ਹੈ। ਇਸ ਪਟੀਸ਼ਨ ਦਾ ਮਤਲਬ ਹੀ ਕੋਈ ਨਹੀਂ। ਹੁਣ ਅੱਜ ਕਈ ਵਾਰੀ ਇਹ ਲੱਗਦਾ ਹੁੰਦਾ ਅਖਬਾਰਾਂ ਦੇ ਵਿੱਚ ਕੁਝ ਥਾਵਾਂ ਤੇ ਇਹ ਗੱਲ ਵੀ ਆ ਗਈ ਵੀ ਜੀ ਪੰਜਾਬ ਸਰਕਾਰ ਨੂੰ ਰਾਹਤ ਮਿਲ ਗਈ, ਲੇਕਿਨ ਉਹ ਰਾਹਤ ਨਹੀਂ ਮਿਲੀ, ਕਿਉਂਕਿ ਉਹਦੇ ਚ ਮਾਣਯੋਗ ਸੁਪਰੀਮ ਕੋਰਟ ਨੇ ਨਿਪਟਾਰਾ ਕਰਤਾ
ਹਾਈ ਕੋਰਟ ਹਾਈ ਕੋਰਟ ਨੇ ਨਿਪਟਾਰਾ ਕਰਤਾ ਉਸ ਪਟੀਸ਼ਨ ਦਾ ਤੇ ਕਿਹਾ ਕੀ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਸ਼ਾਇਦ 1 ਮਹੀਨਾ ਦਿੱਤਾ ਵਾ, ਇਹ ਜਿਹੜੀ ਚਿੱਠੀ ਹੈ ਉਸ ਚਿੱਠੀ ਦੇ ਉੱਤੇ ਫੈਸਲਾ ਲਵੇ ਜੀ, ਜਿਹੜੀ ਉਹਨਾਂ ਨੇ ਨੋਟਿਸ ਨੁਮਾ ਚਿੱਠੀ ਭੇਜੀ ਹੈ ਉਹਦੇ ਤੇ ਫੈਸਲਾ ਲਵੇ ਤੇ ਫੈਸਲਾ ਲੈ ਕੇ ਜੀ ਉਹ ਕਿਸ ਨਤੀਜੇ ਤੇ ਪਹੁੰਚਦੀ ਹੈ, ਉਹਦਾ ਸਿੱਟਾ ਕੀ ਹੈ, ਉਹਦੇ ਬਾਰੇ ਇਨਫੋਰਮ ਕਰੇ ਸੰਬੰਧਿਤ ਪਟੀਸ਼ਨਰ ਨੂੰ ਜੀ, ਭਾਵ ਐਡਵੋਕੇਟ ਜਗਮੋਹਨ ਸਿੰਘ ਕਿ ਇਹਦੇ ਤੇ ਕੀ ਕੀਤਾ ਤੇ ਨਾਲ ਜਿਹੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ, ਟਿੱਪਣੀਆਂ ਆਪਣੇ ਆਪ ਦੇ ਵਿੱਚ ਹੀ ਹੈ ਕਿ ਉਹਨਾਂ ਨੇ ਸਾਰੇ ਮਾਮਲੇ ਨੂੰ ਗੈਰ ਸੰਵਿਧਾਨਕ ਇੱਕ ਮੌਖਿਕ ਟਿੱਪਣੀ ਦੇ ਰਾਹੀਂ ਕਰਾਰ ਦਿੱਤਾ। ਹੁਣ ਇਹ ਜਿਹੜੀ ਹੈਗੀ ਹੈ ਸੱਪ ਦੇ ਮੂੰਹ 'ਚ ਕੋੜ ਕਿਰਲੀ ਆ ਗਈ ਸਰਕਾਰ ਦੀ, ਉਹਨੇ ਇਹਦੇ ਤੇ ਕਰਦੀ ਕੀ ਹੈ ਪਟੀਸ਼ਨ, ਜੇ ਉਹਦੀ ਰੱਦ ਕਰਦੀ ਹੈ ਤਾਂ ਜਗਮੋਹਨ ਸਿੰਘ ਭੱਟੀ ਫਿਰ ਚਲਾ ਜਾਊਗਾ ਠੀਕ, ਜਿਹੜੀ ਉਹਨੇ ਪਟੀਸ਼ਨ ਪਾਈ ਹੈ ਸਰਕਾਰ ਦੇ ਸਾਹਮਣੇ ਦਰਖਾਸਤ ਪਾਈ ਹੈ ਉਹ ਫਿਰ ਜਾਊਗਾ। ਇਸ ਕਰਕੇ ਭਗਵੰਤ ਸਿੰਘ ਮਾਨ ਦੇ ਲਈ ਮੈਂ ਸਮਝਦਾ ਇੱਕ ਵਰਦਾਨ ਹੈ ਜੀ ਇਹ ਪਟੀਸ਼ਨ, ਕਿਉਂਕਿ ਭਗਵੰਤ ਸਿੰਘ ਮਾਨ ਦੇ ਉੱਤੇ ਇਹ ਇੱਕ ਪ੍ਰਭਾਵ ਚਲਿਆ ਗਿਆ, ਲੋਕਾਂ 'ਚ ਪਰਸੈਪਸ਼ਨ ਬਣ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਹਕੂਮਤ ਉਹਦੀ ਅਗਵਾਈ ਭਗਵੰਤ ਸਿੰਘ ਮਾਨ ਨਹੀਂ ਕਰ ਰਹੀ। ਭਗਵੰਤ ਸਿੰਘ ਮਾਨ ਇੱਕ ਜਿਹੜੇ ਹੈਗੇ ਬਰਾਏ ਨਾਮ ਮੁੱਖ ਮੰਤਰੀ ਹੈ, ਅਸਲ ਦੇ ਵਿੱਚ ਜਿਹੜੀ ਫੈਸਲੇ ਲੈਣ ਵਾਲੀ ਅਥਾਰਟੀ ਹੈ ਉਹਦਾ ਹੋਰ ਹੀ ਹੈ, ਉਹ ਕੋਈ ਹੋਰ ਹੈ। ਤੇ ਉਹ ਅਥਾਰਟੀ ਕੌਣ ਹੈ? ਦਿੱਲੀ ਵਾਲਿਆਂ ਦੀ, ਤੇ ਉਹਦਾ ਪ੍ਰਤੀਨਿਧ ਕੌਣ ਹੈ ਦਿੱਲੀ ਦਾ? ਉਹ ਰਾਘਵ ਚੱਡਾ। ਸੋ ਮੇਰੇ ਖਿਆਲ ਮੁਤਾਬਕ ਇਹਦੇ ਤੇ ਭਗਵੰਤ ਸਿੰਘ ਮਾਨ ਨੇ ਨਹੀਂ ਲੈਣਾ, ਔਰ ਇਹਦੇ ਨਾਲ ਹੁਣ ਗੱਲਾਂ ਹੋਰ ਵੀ ਆਉਣੀਆਂ ਸ਼ੁਰੂ ਹੋ ਗਈਆਂ ਜੀ। ਇਹਦੇ 'ਚ ਇਹ ਹੈ ਕਿ ਜਿਹੜੇ ਪਿਛਲੇ ਚੀਫ ਸੈਕਟਰੀ ਸੀ ਮਿਸਟਰ ਅਨੁਰਿਧ ਤਿਵਾੜੀ, ਹਾਂਜੀ, ਅਨੁਰਿਧ ਤਿਵਾੜੀ ਬਾਰੇ ਵੀ ਹੁਣ ਇਹ ਕਨਸੂਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਸਲ ਦੇ ਵਿੱਚ ਅਨੁਰਿਧ ਤਿਵਾੜੀ ਨੇ ਅਜਿਹਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਨਾ ਕਰਤੀ ਸੀ ਜੀ। ਇੱਥੋਂ ਤੱਕ ਵੀ ਕਿਹਾ ਗਿਆ ਉਹਨੇ ਕਿ ਵੀ ਅਨਧਿਕਾਰਤ ਸੱਤਾ ਕੇਂਦਰ ਦੇ ਸਾਹਮਣੇ ਮੈਂ ਪੇਸ਼ ਕਿਉਂ ਹੋਵਾਂ। ਤਾਂ ਫਿਰ ਉਹ ਤੋਂ ਬਾਅਦ ਹੀ ਨਵੇਂ ਜਿਹੜੇ ਹੈਗੇ ਜਿਹੜੇ ਚੀਫ ਸੈਕਟਰੀ ਉਹ ਆਏ ਹੈ ਤੇ ਮੇਰੇ ਖਿਆਲ ਮੁਤਾਬਕ ਭਗਵੰਤ ਸਿੰਘ ਮਾਨ ਸ਼ਾਇਦ ਹੁਣ ਅਗਾਂਹ ਨਾ ਵੱਧ ਸਕੇ, ਔਰ ਇਹ ਦਿੱਲੀ ਦੇ ਲਈ ਤੇ ਰਾਘਵ ਚੱਡਾ ਦੇ ਲਈ ਇੱਕ ਵੱਡਾ ਝਟਕਾ ਹੈ। ਤੇ ਕੱਲ ਤੁਸੀਂ ਦੇਖੋ ਕਿ ਕੱਲ ਇਹ 2 ਘਟਨਾਵਾਂ ਵਾਪਰੀਆਂ ਜੀ। ਇੱਕ ਪਾਸੇ ਤਾਂ ਇਹ ਗੱਲ ਹੋ ਰਹੀ ਸੀ, ਦੂਜੇ ਪਾਸੇ ਰਾਘਵ ਚੱਡਾ ਕੱਲ ਨੇ ਬਹੁਤ ਤਿਆਰੀ ਦੇ ਨਾਲ ਪੰਜਾਬ ਦੀ ਆ ਜਿਹੜੀ ਰਾਜ ਸਭਾ ਹੈ, ਰਾਜ ਸਭਾ ਦੇ ਵਿੱਚ ਪੰਜਾਬ ਦਾ ਇੱਕ ਕੇਸ ਪੇਸ਼ ਕੀਤਾ ਜੀ, ਔਰ ਉਸ ਕੇਸ ਦੇ ਰਾਹੀਂ ਉਹਨਾਂ ਨੇ ਗੱਲ ਕੀਤੀ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ, ਇਹਨੂੰ ਬਚਾਉਣ ਦੀ ਲੋੜ ਹੈ। ਇਹਦੇ ਤੇ ਜਿਹੜੇ ਪਾਣੀਆਂ ਬਾਰੇ ਮੰਤਰੀ ਹੈ ਫਿਰ ਉਹਨਾਂ ਨੇ ਜਵਾਬ ਦਿੱਤਾ, ਉਹਨਾਂ ਨੇ ਕਹਿ ਦਿੱਤਾ ਕਿ ਪਾਣੀ ਹੈ ਜਿਹੜਾ ਇਹ ਸਟੇਟ ਸਬਜੈਕਟ ਹੈ, ਮਾਮਲਾ ਦਾ ਸਟੇਟ ਸਬਜੈਕਟ ਹੈ, ਸਾਡੇ ਕੋਲ ਆਉਂਦਾ ਹੀ ਨਹੀਂ। ਪਰ ਉਹਨਾਂ ਨੇ ਨਾਲ ਇੱਕ ਸੁਝਾਅ ਦਿੱਤਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜੀ ਕਿ ਉਹ ਫਸਲੀ ਵਿਭਿੰਨਤਾ ਨੂੰ ਤਰਜੀਹ ਦੇਵੇ, ਝੋਨੇ ਤੇ ਕਣਕ ਦਾ ਫਸਲੀ ਚੱਕਰ ਹੈ ਜਿਹੜਾ ਇਹਨੂੰ ਤਬਦੀਲ ਕਰੇ। ਇੱਥੇ ਅਜਿਹੀ ਫਸਲ ਜਿਹੜੀ ਹੈਗੀ ਹੈ ਉਹਦੀ ਕਾਸ਼ਤ ਹੋਵੇ ਜਿਹੜੀ ਘੱਟ ਪਾਣੀ ਖਾਂਦੀ ਹੋਵੇ ਜੀ। ਰੀਚਾਰਜਿੰਗ ਦਾ ਸਿਸਟਮ ਵੀ ਕੀਤਾ ਜਾਵੇ। ਤੇ ਨਾਲ ਉਹਨਾਂ ਨੇ ਐਪਰੀਸ਼ੀਏਟ ਕੀਤਾ ਹਰਿਆਣਾ ਨੂੰ ਕਿ ਹਰਿਆਣਾ ਨੇ ਫਸਲੀ ਚੱਕਰ ਨੂੰ ਤੋੜਿਆ। ਬਿਲਕੁਲ ਆ ਤੁਹਾਡੇ ਆਪਣਾ ਰਤੀਆ ਇਲਾਕੇ ਦੇ ਵਿੱਚ ਉਹਨਾਂ ਨੇ ਬੈਨ ਕਰਤਾ ਝੋਨਾ ਬੀਜਣਾ, ਤੇ ਉਹ ਕਹਿੰਦੇ ਸਾਡੇ ਤੋਂ ਸਰਕਾਰ ਪੈਸਾ ਦਿੰਦੀ ਹੈ। ਅੱਛਾ, ਹਾਂਜੀ, ਉਹ ਕਹਿੰਦੇ ਉਹਨਾਂ ਨੇ ਇੱਕ ਫਸਲੀ ਚੱਕਰ ਤੋੜਿਆ। ਦੂਜੀ ਗੱਲ ਜੇ ਆਪਾਂ ਹਰਿਆਣੇ ਦੇ ਦੇਖੀ ਤਾਂ ਹਰਿਆਣੇ ਦਾ ਰੀਚਾਰਜਿੰਗ ਸਿਸਟਮ ਬੜਾ ਸ਼ਾਨਦਾਰ ਹੈ ਦਾਨੇਲੀਆ ਸਾਹਿਬ ਜੀ। ਉੱਥੇ ਹੁਣ ਜਦੋਂ ਵੀ ਕਿਸੇ ਨੇ ਨਵਾਂ ਮਕਾਨ ਬਣਾਉਣਾ ਹੈ, ਨਵਾਂ ਮਕਾਨ ਬਣਾਉਣ ਦਾ ਨਕਸ਼ਾ ਉਨੀ ਦੇਰ ਪਾਸ ਨਹੀਂ ਹੋਊਗਾ ਜਿੰਨੀ ਦੇਰ ਰੀਚਾਰਜਿੰਗ ਵਾਲਾ ਜਿਹੜਾ ਹੈਗਾ ਉਹ ਸਿਸਟਮ ਨਹੀਂ ਲਾਉਂਦਾ ਜਾਊਗਾ। ਇਹੀ ਚੀਜ਼ ਪੰਜਾਬ ਨੂੰ ਕਰਨ ਦੀ ਲੋੜ ਹੈ ਤੇ ਉਹਨਾਂ ਨੇ ਕਿਹਾ ਕਰਨੀ ਚਾਹੀਦੀ ਹੈ। ਸੋ ਰਾਘਵ ਚੱਡਾ ਹੁਣੀ ਤੇ ਕੱਲ ਮਤਲਬ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਪਰਫਾਰਮੈਂਸ ਦਿਖਾਈ ਹੈ ਕਿ ਹਾਂ ਮੈਂ ਬੜੀ ਤਿਆਰੀ ਕਰਕੇ ਆਏ। ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਭਾਵੇਂ ਬੰਦਾ ਬਾਹਰ ਲੈ ਜੇ ਉਹ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਬਣ ਕੇ ਗਿਆ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਤਾਂ ਅਸੀਂ ਜ਼ਰੂਰ ਉਹਦਾ ਧੰਨਵਾਦ ਵੀ ਕਰਾਂਗੇ ਤੇ ਐਪਰੀਸ਼ੀਏਟ ਵੀ ਕਰਾਂਗੇ। ਲੇਕਿਨ ਜੇ ਚੋਰ ਦਰਵਾਜ਼ੇ ਦੇ ਰਾਹੀਂ ਪੰਜਾਬ ਦੇ ਉੱਤੇ ਰਾਜ ਕਰਨ ਨੂੰ ਜੀ ਕਰਦਾ ਹੈ ਫਿਰ ਤਾਂ ਇਹ ਬਰਦਾਸ਼ਤ ਨਹੀਂ ਹੁੰਦਾ। ਭਗਵੰਤ ਸਿੰਘ ਮਾਨ ਨੂੰ ਤਾਂ ਕੀ ਬਰਦਾਸ਼ਤ ਹੋਣਾ, ਤਾਂ ਸਾਨੂੰ ਕੀ ਕਿਸੇ ਵੀ ਪੰਜਾਬੀ ਨੂੰ ਬਰਦਾਸ਼ਤ ਨਹੀਂ ਹੁੰਦਾ। ਪੰਜਾਬੀ ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਪੰਜਾਬੀ ਗੈਰਤਮੰਦ ਹੈ। ਉਹ ਕਹਿੰਦੇ ਕਿ ਪੰਜਾਬ ਦੀ ਕਿਸਮਤ ਦਾ ਫੈਸਲਾ ਪੰਜਾਬ ਕਰੇ। ਔਰ ਯਾਦ ਕਰੋ ਜੀ ਇਸੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ 2017 ਦੀ ਚੋਣ ਤੋਂ ਬਾਅਦ ਟੁੱਟੀ ਸੀ। ਉਦੋਂ ਵੀ ਉਹ ਕਹਿੰਦੇ ਸੀਗੇ ਜੀ ਸਾਨੂੰ ਖੁਦ ਮੁਖਤਿਆਰੀ ਦਿਓ। ਜਿਹੜੇ ਆਪਣੇ ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਸੀ ਖੁਦ ਮੁਖਤਿਆਰੀ ਦਿਓ, ਪੰਜਾਬ ਦੇ ਮੁੱਦਿਆਂ ਨੂੰ, ਪੰਜਾਬ ਦੇ ਮਾਮਲਿਆਂ ਨੂੰ ਕਿਵੇਂ ਨਜਿੱਠਣਾ ਹੈ, ਇਹਦੇ ਕੀ ਫੈਸਲਾ ਲੈਣਾ ਹੈ, ਇਹ ਹੱਕ ਹਕੂਕ ਪੰਜਾਬ ਦੀ ਪਾਰਟੀ ਕੋਲ ਚਾਹੀਦਾ, ਨਾ ਕਿ ਦਿੱਲੀ ਦੇ ਵਿੱਚ ਚਾਹੀਦਾ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੈਂ ਸਵਰਨ ਸਿੰਘ ਦਾਨੇਲੀਆ, ਮੇਰੇ ਨਾਲ ਇਸ ਵਕਤ ਬਖਤੌਰ ਸਿੰਘ ਢਿੱਲੋਂ। ਜੇਕਰ ਕਿਸੇ ਵੀਰ ਨੇ ਆਪਣੇ ਸਟੋਰ ਦੇ ਵਿੱਚ ਇਨਕਮ ਵਧਾਉਣੀ ਹੈ ਤੇ $10,000 ਤੱਕ ਤੁਸੀਂ ਆਪਣੀ ਇਨਕਮ ਵਧਾ ਸਕਦੇ ਹੋ। ਕੁਛ ਆਈਡੀਆਜ਼ ਨੇ ਜਗਰੂਪ ਬਾਠ ਹੋਰਾਂ ਕੋਲੇ, ਤੁਸੀਂ ਕਾਲ ਕਰ ਲਓ 206-380-6222।
206 380 62 ਦੇ ਉੱਤੇ ਜਗਰੂਪ ਬਾਈ ਜੀ ਨਾਲ ਗੱਲ ਕਰ ਲਓ। ਕੁਝ ਆਈਡੀਆਜ਼ ਨੇ, ਤੁਹਾਨੂੰ ਟ੍ਰੇਨਿੰਗ ਦੇਣਗੇ ਉੱਥੇ ਆ ਕੇ, ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਇਹ $10,000 ਪਰ ਮੰਥ ਦਾ ਤੁਸੀਂ ਜਿਹੜਾ ਸੇਲ ਵਧਾ ਸਕਦੇ ਹੋ। ਤੇ ਇਹ ਕਹਿੰਦੇ ਮਾਰਜਨ ਵੀ ਕਾਫੀ ਹੈ ਇਹਨਾਂ ਦੇ ਕੋਲੇ ਜੋ ਸਕੀਮ ਹੈ ਫੂਡ ਸੰਬੰਧੀ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਡਿਸਪੈਚ ਪੰਜਾਬੀ 'ਚ ਕਰਦੇ ਨੇ। ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਗੋਵਿੰਦਰ ਧਾਰੀਵਾਲ ਨਾਲ 2063544060 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ, ਤੁਸੀਂ ਗੱਲ ਕੀਤੀ ਸੀ ਮੁੱਖ ਸਕੱਤਰ ਦੀ ਜੀ। ਹੁਣ ਜਿਹੜੇ ਨਵੇਂ ਮੁੱਖ ਸਕੱਤਰ ਨੇ ਇਹਨਾਂ ਦੀ ਨਿਯੁਕਤੀ ਦਾ ਵੀ ਕਹਿੰਦੇ ਪੰਬਲ ਭੂਸਾ ਜਿਹਾ ਖੜਾ ਹੋ ਗਿਆ। ਬਿਲਕੁਲ ਜੀ। TR ਮਿਸ਼ਰਾ, ਅੰਗਰੇਜ਼ੀ TR, ਵੈਸੇ ਮੈਨੂੰ ਜਾਪਦੀ ਹੈ ਕਿ ਉਹਨਾਂ ਦਾ ਨਾਮ ਤੁਲਸੀ ਰਾਮ ਮਿਸ਼ਰਾ ਜੀ। ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜੀ, ਤੇ ਉਸ ਪਟੀਸ਼ਨ ਦੇ ਜ਼ਰੀਏ ਉਹਨਾਂ ਨੇ ਵਿਜੇ ਕੁਮਾਰ ਜੰਜੂਆ ਜੀ, ਜਿਨ੍ਹਾਂ ਨੂੰ ਆਮ ਤੌਰ ਤੇ ਆਪਾਂ VK ਜੰਜੂਆ ਕਹਿ ਦਿੰਦੇ ਹਾਂ, ਪਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਸਪਸ਼ਟੀਕਰਨ ਦਿੱਤਾ ਹੈ ਕਿ ਮੈਂ VK ਜੰਜੂਆ ਨਹੀਂ, ਮੇਰਾ ਨਾਮ ਵਿਜੇ ਕੁਮਾਰ ਜੰਜੂਆ ਹੈ, ਉਹ ਪੂਰਾ ਮੈਨੂੰ ਵਿਜੇ ਕੁਮਾਰ ਜੰਜੂਆ ਹੀ ਕਿਹਾ ਜਾਵੇ। ਸੋ ਵਿਜੇ ਕੁਮਾਰ ਜੰਜੂਆ ਦੀ ਜਿਹੜੀ ਨਿਯੁਕਤੀ ਹੈ ਉਹਨੂੰ ਚੁਣੌਤੀ ਦਿੱਤੀ। ਉਹਨਾਂ ਨੇ ਕਿਹਾ ਜੀ ਇਹ ਜਿਹੜੇ ਹੈਗੇ ਆ ਡਿਜ਼ਰਵ ਨਹੀਂ ਸੀ ਕਰਦੇ, ਇਹਨਾਂ ਨੂੰ ਚੀਫ ਸੈਕਟਰੀ ਬਣਾਇਆ ਗਿਆ, ਪ੍ਰਮੋਸ਼ਨ ਦਿੱਤੀ ਗਈ ਹੈ, ਇਹ ਗਲਤ ਹੈ ਜੀ। ਇਹ ਮਾਮਲਾ ਕੱਲ ਹਾਈ ਕੋਰਟ ਦੇ ਵਿੱਚ ਆਇਆ ਤੇ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਜਿਹੜੇ ਨਵੇਂ ਐਡਵੋਕੇਟ ਜਨਰਲ ਹੈ ਜੀ ਵਿਨੋਦ ਕਈ, ਉਹ ਪੇਸ਼ ਹੋਈ। ਉਹਨਾਂ ਨੇ ਬਹੁਤ ਹੀ ਸਲੀਕੇ ਦੇ ਨਾਲ ਜੀ ਤੇ ਬੜੀ ਜਿਹਨੂੰ ਆਪਾਂ ਕਹਿ ਸਕਦੇ ਦਲੀਲ ਦੇ ਨਾਲ ਕਿਹਾ, ਨਹੀਂ ਸਰ ਤਰੱਕੀ ਅਸੀਂ ਕਿੱਥੇ ਦਿੱਤੀ ਹੈ ਜੀ, ਟ੍ਰਾਂਸਫਰ ਕੀਤੀ ਅਸੀਂ ਤਾਂ। ਇਹ ਵੱਡੇ ਅਫਸਰ ਹੈਗੇ, ਇਹ ਪਹਿਲਾਂ ਇੱਧਰ ਹੁੰਦੇ ਸੀ, ਹੁਣ ਚੱਕ ਕੇ ਇਹਨਾਂ ਨੂੰ ਇੱਧਰ ਕਰਤਾ। ਟ੍ਰਾਂਸਫਰ ਤਾਂ ਸਰਕਾਰ ਕਰ ਹੀ ਸਕਦੀ ਹੈ, ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਹੈ। ਔਰ ਵਾਕਈ ਦਾ ਨਿਲ ਗਿਆ ਸਭ ਠੀਕ ਹੈ, ਵੇਖਣ ਨੂੰ ਇਹ ਲੱਗਦੀ ਹੈ ਗੱਲ ਕਿ ਟ੍ਰਾਂਸਫਰ ਕੀਤੀ ਹੋ ਸਕਦੀ ਹੈ। ਲੇਕਿਨ ਜੇ ਆਪਾਂ ਦੇਖੀਏ ਵੀ ਅਗਾਂਹ ਹੁੰਦਾ ਕੀ ਹੈ ਜੀ, ਅਗਾਂਹ ਕੀ ਹੁੰਦਾ, ਅਗਾਂਹ ਤਾਂ ਕਰਨਾ ਅਜੇ ਹਾਈ ਕੋਰਟ ਨੇ ਜੀ। ਪਰ ਉਹਨਾਂ ਨੇ ਚੁਣੌਤੀ ਕਿਉਂ ਦਿੱਤੀ? ਉਹ ਕਹਿੰਦੇ ਜੀ ਇਹਨਾਂ ਦਾ ਜਿਹੜਾ ਹੈਗਾ ਰਿਕਾਰਡ ਠੀਕ ਨਹੀਂ। ਉਹਨਾਂ ਨੇ ਇਸ਼ਾਰਾ ਕੀਤਾ ਕਿ ਜੀ ਦਾਗੀ ਹੈ ਜੀ, ਅਫਸਰ ਸਾਹਿਬਾਨ ਜਿਹੜੇ ਹੈਗੇ ਅਫਸਰ ਸਾਹਿਬ ਦਾਗੀ ਹੈ ਜੀ। ਦਾਗੀ ਕਿਵੇਂ ਜੀ? ਉਹ ਦਾਗੀ ਕਹਿੰਦੇ ਆ ਵੀ ਇਹ ਇਹਨਾਂ ਦੀ ਅਸਲ ਦੇ ਵਿੱਚ ਇੱਕ ਰੇਡ ਹੋਈ ਸੀ ਇਹਨਾਂ ਤੇ, ਅੱਛਾ ਜੀ, ਵਿਜੀਲੈਂਸ ਬਿਊਰੋ ਦੀ। ਅੱਛਾ, ਸਰਕਾਰ ਹੁੰਦੀ ਸੀ ਅਕਾਲੀ ਦਲ ਦੀ। ਨਵੰਬਰ ਮਹੀਨੇ ਦੀ 9 ਤਾਰੀਖ ਸੀ ਜੀ ਤੇ 2009 ਦਾ ਸੀ ਵਰਾ। 7 ਦੇ ਵਿੱਚ ਅਕਾਲੀ ਸਰਕਾਰ ਬਣ ਗਈ ਸੀ ਜੀ। ਉਦੋਂ ਲੁਧਿਆਣੇ ਦੇ ਇੱਕ ਇੰਡਸਟਰੀਲਿਸਟ ਨੇ ਜੀ ਵਿਜੀਲੈਂਸ ਬਿਊਰੋ ਦੇ ਕੋਲੇ ਸ਼ਿਕਾਇਤ ਕੀਤੀ ਕਿ ਡਾਇਰੈਕਟਰ ਇੰਡਸਟਰੀ ਜੰਜੂਆ ਸਾਹਿਬ ਜੀ ਇਹ ਜੀ ਮੈਥੋਂ ਰਿਸ਼ਵਤ ਮੰਗਦੇ ਹੈ। ਅੱਛਾ ਜੀ। ਉਹਨਾਂ ਨੇ ਕਹਿਤਾ ਜੀ ਠੀਕ ਹੈ ਅਸੀਂ ਕਰ ਲੈਂਦੇ ਸਾਰਾ ਕੁਛ ਤੇ ਤੁਸੀਂ ਆ ਲਓ ਪੈਸੇ। ਉਹ ਜਿਹੜੇ ਹੈਗੇ ਆ ਜੀ ਉਹਨਾਂ ਦੇ ਰੰਗ ਰੁੰਗ ਲਾ ਕੇ ਸਾਰਾ ਕੁਛ ਉਹਨਾਂ ਨੇ ਭੇਜ ਦਿੱਤਾ ਸੀ। ਔਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਅਧਿਕਾਰੀ ਰੈੱਡ ਹੈਂਡਡ ਪਕੜਿਆ ਗਿਆ ਤਾਂ ਵਿਜੇ ਕੁਮਾਰ ਜੰਜੂਆ ਸਾਹਿਬ ਉਸ ਵੇਲੇ ਰੰਗੇ ਹੱਥੀਂ ਫੜੇ ਗਏ ਸੀ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ। ਅੱਛਾ ਜੀ। ਇਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਹੋ ਗਿਆ ਸੀ, ਗ੍ਰਿਫਤਾਰੀ ਵੀ ਇਹਨਾਂ ਦੀ ਬਕਾਇਦਾ ਜੀ। ਲੇਕਿਨ ਅੱਜ ਤੱਕ ਇਹਨਾਂ ਦੇ ਖਿਲਾਫ ਅਦਾਲਤ 'ਚ ਚਲਾਨ ਨਹੀਂ ਪੇਸ਼ ਹੋਇਆ। ਚਲਾਨ ਕਿਉਂ ਨਹੀਂ ਪੇਸ਼ ਹੋਇਆ? ਇਹ ਵੀ ਇੱਕ ਵੱਖਰੀ ਕਹਾਣੀ ਹੈ ਜੀ। ਦੇਖੋ ਵਿਜੀਲੈਂਸ ਬਿਊਰੋ ਬਣਾਈ ਹੋਈ ਹੈ, ਉਹ ਬਣੀ ਹੋਈ ਹੈ ਕਿ ਇਹਨੇ ਭ੍ਰਿਸ਼ਟ ਅਫਸਰਾਂ ਨੂੰ ਫੜਨਾ ਹੈ, ਭ੍ਰਿਸ਼ਟ ਕਰਮਚਾਰੀਆਂ ਨੂੰ ਫੜਨਾ ਹੈ ਔਰ ਫੜ ਕੇ ਉਹਨੂੰ ਕਾਨੂੰਨ ਦੇ ਹਵਾਲੇ ਕਰਨਾ ਹੈ ਜੀ। ਤੇ ਅਗਾਂਹ ਅਦਾਲਤਾਂ ਦਾ ਕੰਮ ਹੈ ਕਿ ਅਦਾਲਤਾਂ ਨੇ ਸਜ਼ਾ ਕੀ ਦੇਣੀ ਹੈ। ਜੇ ਤਾਂ ਇਸਤਗਾਸਾ ਪੱਖ ਭਾਵ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ ਜੀ ਉਹਨੇ ਸਬੂਤ ਪੂਰੇ ਦੇ ਦਿੱਤੇ ਤਾਂ ਬੰਦੇ ਨੂੰ ਸਜ਼ਾ ਹੋ ਜਾਣੀ ਹੈ। ਅਗਰ ਸਬੂਤ ਪੂਰੇ ਨਾ ਹੋਏ ਤਾਂ ਫਿਰ ਉਸ ਬੰਦੇ ਨੇ ਜਿਹਨੂੰ ਫੜਿਆ ਉਹਨੇ ਬਰੀ ਹੋ ਜਾਣਾ ਹੈ ਜੀ। ਲੇਕਿਨ ਦਾਨੀਆਲੀਆ ਸਾਹਿਬ ਜਿਹੜੀ ਰਾਜਸ਼ਾਹੀ ਹੈ ਜੀ, ਰਾਜਸ਼ਾਹੀ ਆਪਦੇ ਕਰਿੰਦਿਆਂ ਨੂੰ ਬਚਾਉਣ ਵਾਸਤੇ ਬੜੀਆਂ ਚੋਰ ਮੋਰੀਆਂ ਰੱਖ ਲੈਂਦੀ। ਬਿਲਕੁਲ ਬਿਲਕੁਲ। ਇਹਦੇ 'ਚ ਇੱਕ ਹੁਣ ਚੋਰ ਮੋਰੀ ਹੈ ਕਿ ਕੋਈ ਵੀ ਅਫੀਸਰ ਜਾਂ ਕੋਈ ਵੀ ਕਰਮਚਾਰੀ ਜਦੋਂ ਫੜਿਆ ਜਾਂਦਾ ਹੈ ਰੈੱਡ ਹੈਂਡਡ ਹੋ ਗਿਆ, ਉਹਦਾ ਰਿਮਾਂਡ ਵੀ ਹੋ ਗਿਆ, ਉਹ ਜੇਲ੍ਹ ਵੀ ਕੱਟਿਆ ਜੀ, ਓਨੀ ਦੇਰ ਤੱਕ ਉਹਦੇ ਖਿਲਾਫ ਚਾਰਜ ਸ਼ੀਟ ਦਾਇਰ ਨਹੀਂ ਕੀਤੀ ਜਾ ਸਕਦੀ ਜਿੰਨੀ ਦੇਰ ਤੱਕ ਉਸ ਸਰਕਾਰ ਤੋਂ ਉਸ ਸਰਕਾਰ ਦੇ ਉਸ ਵਿਭਾਗ ਤੋਂ ਮਨਜ਼ੂਰੀ ਨਹੀਂ ਮਿਲਦੀ ਜਿਹਦੇ ਕੋਲੇ ਉਹ ਕੰਮ ਕਰਦਾ ਸੀ, ਜਿਹਦੇ ਮਤਹਿਤ ਕੰਮ ਕਰਦਾ। ਮੰਨ ਲਓ ਕਿਸੇ ਤਹਿਸੀਲਦਾਰ ਨੂੰ ਗ੍ਰਿਫਤਾਰ ਕਰ ਰਿਹਾ, ਤਹਿਸੀਲਦਾਰ ਦੀ ਜਿਹੜੀ ਹੈਗੀ ਹੈ ਗ੍ਰਿਫਤਾਰੀ ਦੀ ਜਿਹੜੀ ਉਹਦੀ ਖਿਲਾਫ ਚਾਰਜ ਸ਼ੀਟ ਦੀ ਮਨਜ਼ੂਰੀ ਹੈ ਜਿਹੜੀ ਉਹ ਉਹਦਾ ਜਿਹੜਾ ਹੈਗਾ ਰੈਵਨਿਊ ਡਿਪਾਰਟਮੈਂਟ ਦਾ ਹੈਡ ਦੇਊਗਾ, ਜਿਹੜਾ ਉਹਦਾ FCR ਹੈ ਜਾਂ ਜਿਹੜਾ ਸੈਕਟਰੀ ਵਗੈਰਾ ਜੋ ਵੀ ਹੈ ਉਹਨੇ ਦੇਣੀ। ਇਹੀ ਚੀਜ਼ ਜੇ ਆਪਾਂ ਦੇਖੀਏ ਇੰਡਸਟਰੀ ਡਿਪਾਰਟਮੈਂਟ ਦੇ ਸੀ, ਇੰਡਸਟਰੀ ਡਿਪਾਰਟਮੈਂਟ ਦੇ ਤਾਂ ਇਹ ਸੈਕਟਰੀ ਸੀਗੇ। ਇਹਨਾਂ ਦੀ ਜਿਹੜੀ ਹੈਗੀ ਹੈ ਪ੍ਰਵਾਨਗੀ
ਉਹ ਪੰਜਾਬ ਦੇ ਚੀਫ ਸੈਕਟਰੀ ਨੇ ਦੇਣੀ ਸੀ ਜੀ, ਕਿਉਂਕਿ IAS ਆਫੀਸਰਾਂ ਦੇ ਵਿੱਚ ਸਭ ਤੋਂ ਵੱਡਾ ਆਫੀਸਰ ਜਿਹੜਾ ਚੀਫ ਸੈਕਟਰੀ ਹੈ, ਉਹ ਸਾਰੀ ਬਿਊਰੋਕ੍ਰੇਸੀ ਨੂੰ ਕੰਟਰੋਲ ਕਰਦਾ ਹੈ। ਦੂਜੀ ਗੱਲ IAS IPS IRS ਇਹ ਜਿਹੜੇ ਹੈਗੇ ਆ ਲੌਬੀ ਹੈ ਜਿਹੜੇ ਇਹ ਲੌਬੀ ਵੀ ਹੈਗੀ ਹੈ, ਜਿਹੜਾ ਇਹ ਕਾਡਰ ਹੈ ਇਹ ਕਾਡਰ ਨੂੰ ਆਪਾਂ ਕਹਾਂਗੇ ਕੇਂਦਰੀ ਕਾਡਰ ਜੀ, ਭਾਵੇਂ ਇਹਨਾਂ ਨੂੰ ਸਟੇਟਾਂ ਦੇ ਵਿੱਚ ਅਲਾਟ ਹੋ ਜਾਂਦਾ ਹੈ, ਮਿਲਦੀ ਹੈ ਸਾਰਾ ਕੁਝ ਹੈ, ਇਹ ਜਿਹੜੇ ਹੈਗੇ ਕੇਂਦਰੀ ਪੂਲ ਚ ਆਉਂਦੇ ਆ। ਹਾਂਜੀ, ਜਿਵੇਂ PPS ਹੈ ਪੰਜਾਬ ਪੁਲਿਸ ਸਰਵਿਸਿਜ਼, ਉਹਦੇ ਵਿੱਚ DSP SP ਵਗੈਰਾ ਜਿਹੜਾ ਪੰਜਾਬ ਦਾ ਕਾਡਰ ਹੈ ਜੀ। ਜਿਹੜੇ IPS ਹੈ ਇੰਡੀਅਨ ਪੁਲਿਸ ਸਰਵਿਸ, ਉਹ ਭਾਰਤੀ ਕਾਡਰ ਹੋ ਗਿਆ। ਇਵੇਂ ਜਿਵੇਂ IAS ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਜਿਹੜੀ ਹੈਗੀ ਹੈ ਉਹ ਭਾਰਤੀ ਕਾਡਰ ਹੋ ਗਿਆ। ਸੋ ਭਾਰਤੀ ਕਾਡਰ ਬਾਰੇ ਜ਼ਰੂਰੀ ਹੈ ਕਿ ਉਹਦੀ ਪ੍ਰਵਾਨਗੀ ਜਿਹੜੀ ਹੈ ਭਾਰਤ ਸਰਕਾਰ ਤੋਂ ਵੀ ਲਈ ਜਾਵੇ। 2009 ਦਾ ਕੇਸ ਹੈ ਜੀ, ਭਾਰਤ ਸਰਕਾਰ ਨੇ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਜੀ, ਉਹ ਮਾਮਲਾ ਪੈਂਡਿੰਗ ਪਿਆ। ਹੁਣ ਉਹਦੀ ਦਲੀਲ ਇਹ ਹੈ ਆਪਣੇ ਮਿਸ਼ਰਾ ਸਾਹਿਬ ਦੀ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਠੀਕ ਹੈ ਪ੍ਰਵਾਨਗੀ ਨਹੀਂ ਮਿਲੀ, ਚਾਰਜ ਸ਼ੀਟ ਦਾਇਰ ਨਹੀਂ ਹੋਈ, ਲੇਕਿਨ FIR ਤਾਂ ਸਟੈਂਡ ਕਰਦੀ ਹੈ। ਬਿਲਕੁਲ, FIR ਰੱਦ ਨਹੀਂ ਹੋਈ। ਹੁਣ ਉਹ FIR ਰੱਦ ਨਹੀਂ ਹੋਈ, FIR ਸਟੈਂਡ ਕਰਦੀ ਹੈ। ਉਹ ਕਹਿੰਦੇ ਜੀ ਫਿਰ ਬੰਦਾ ਸਭ ਤੋਂ ਵੱਡਾ ਅਫਸਰ ਪੰਜਾਬ ਦਾ ਕਿਵੇਂ ਲੱਗੂਗਾ ਜੀ। ਇਹਦੇ ਤੇ ਹੁਣ ਮਾਨਯੋਗ ਹਾਈ ਕੋਰਟ ਨੇ ਕਹਿ ਦਿੱਤਾ ਕਿ ਜੀ ਠੀਕ ਹੈ, ਤੁਹਾਡੀ ਗੱਲ ਆਪਣੀ ਥਾਂ ਤੇ, ਤੁਸੀਂ ਸਾਰਾ ਰਿਕਾਰਡ ਹੈ ਜਿਹੜਾ ਉਹ ਪੇਸ਼ ਕਰੋ ਜੀ। ਉਹ ਹੁਣ ਸਾਰਾ ਰਿਕਾਰਡ ਮੰਗਿਆ ਹੋਇਆ ਜੀ ਉਹਨਾਂ ਨੇ। ਉਹ ਸਾਰਾ ਰਿਕਾਰਡ ਮੰਗਣ ਵਾਸਤੇ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਇਹ ਕੰਮ ਤੁਸੀਂ 2 ਹਫ਼ਤਿਆਂ ਦੇ ਵਿੱਚ ਸਾਡੇ ਸਪੁਰਦ ਕਰੋ ਜੀ। ਇਹ ਤੁਹਾਨੂੰ ਕੰਮ ਕਰਨਾ ਪੈਣਾ, ਤੁਸੀਂ ਦਿਓ। ਇਹ ਤੇ ਹੁਣ ਦੇਣੀ ਪੈਣੀ ਹੈ। ਇੱਥੇ ਬਨੂਦ ਕਈ ਸਾਹਿਬ ਕੀ ਗੱਲ ਕਰਦੇ, ਵੈਸੇ ਪਹਿਲੀ ਸੱਟੇ ਮਤਲਬ ਕਈ ਸਾਹਿਬ ਨੇ ਆਪਦੀ ਦਲੀਲ ਦਿੱਤੀ ਔਰ ਦਮਦਾਰ ਦਲੀਲ ਜੀ ਕਿ ਗੱਲ ਬਣ ਨਹੀਂ ਸਕਦੀ, ਪਰ ਨਾਲ ਹਾਈ ਕੋਰਟ ਨੇ ਦੇਖ ਲਿਆ ਵੀ ਠੀਕ ਹੈ ਰਿਕਾਰਡ ਪੇਸ਼ ਹੋਣ ਦਿਓ, ਰਿਕਾਰਡ ਦੇ ਵਿੱਚ ਪਤਾ ਲੱਗੂ ਫਿਰ ਪ੍ਰਵਾਨਗੀ ਕਿਉਂ ਨਹੀਂ ਮਿਲੀ। ਔਰ ਦਾਨੇਵਾਲ ਸਾਹਿਬ ਇੱਥੇ ਗੱਲ ਇੱਕ ਹੋਰ ਹੈ, ਲੋਕਾਂ ਨੂੰ ਵੀ ਇਹ ਪਬਲਿਕ ਪ੍ਰੈਸ਼ਰ ਬਣਾਉਣਾ ਚਾਹੀਦਾ, ਜਨਤਕ ਦਬਾਅ ਬਣਾਉਣਾ ਚਾਹੀਦਾ ਕਿ ਚੋਰ ਮੋਰੀਆਂ ਕਿਉਂ ਚੋਰ ਮੋਰੀਆਂ ਲਈ ਪੰਗਾ ਨਾ, ਤੁਸੀਂ ਟ੍ਰਾਂਸਪੇਰੈਂਸੀ ਰੱਖੋ। ਹਾਂ, ਚੋਰ ਮੋਰੀਆਂ ਬੰਦ ਹੋਣੀਆਂ ਚਾਹੀਦੀਆਂ। ਜੇ ਕੋਈ ਛੋਟਾ ਕਰਮਚਾਰੀ ਫੜ ਲਿਆ ਉਹਨੂੰ ਤਾਂ ਤੁਸੀਂ ਦੱਬ ਦਿਓ, ਉਹਨੂੰ ਤਾਂ ਤੁਸੀਂ ਮਤਲਬ ਨਾਲ ਦੀ ਦੱਬ ਕੇ ਉਹਦੇ ਖਿਲਾਫ ਚਲਾਨ ਵੀ ਪੇਸ਼ ਕਰਦੇ ਤੇ ਫੜ ਕੇ ਬੰਦੇ ਨੂੰ ਅੰਦਰ ਦੇ ਕੇ ਤੇ ਉਹਦੀ ਸਰਵਿਸ ਵੀ ਖਤਮ ਹੋ ਜਾਂਦੀ, ਉਹਨੂੰ ਕੈਦ ਵੀ ਹੋ ਜਾਂਦੀ ਹੈ, ਕੈਦ ਕੱਟ ਵੀ ਲੈਂਦਾ। ਲੇਕਿਨ IAS ਤੇ IPS ਅਫਸਰ ਜਿਹੜੇ ਹੈਗੇ, ਜਿਹੜੇ ਵੱਡੇ ਅਫਸਰ, ਇਹਨਾਂ ਨੂੰ ਕਿਉਂ ਨਹੀਂ? ਉਹਨਾਂ ਤੁਸੀਂ ਦੇਖੋ ਇੱਕ ਰੌਲਾ ਪਈ ਜਾਂਦਾ ਹੈ ਜੀ, DIG ਫਿਰੋਜ਼ਪੁਰ ਦਾ। ਅੱਛਾ ਜੀ, ਫਿਰੋਜ਼ਪੁਰ ਦੇ ਇੱਕ DSP ਨੂੰ ਫੜਿਆ ਸੀ ਤਰਨਤਾਰਨ ਦੀ ਪੁਲਿਸ ਨੇ। ਕਹਿੰਦੇ ਜੀ ਉੱਥੇ ਕੋਈ ਸਮਗਲਰ ਫੜੇ ਸੀ 2 ਜੀ। ਉਹਨਾਂ ਸਮਗਲਰਾਂ ਦੀ ਜਦੋਂ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਦੱਸਿਆ ਜੀ ਅਸੀਂ ਤਾਂ ਬਚਣ ਵਾਸਤੇ ਇੱਕ ਡਿਪਟੀ ਸਾਹਿਬ ਨਾਲ ਸੰਪਰਕ ਕੀਤਾ ਸੀ ਜੀ, ਔਰ ਉਹ ਡਿਪਟੀ ਸਾਹਿਬ ਨੇ 10 ਲੱਖ ਰੁਪਏ ਜਿਸ ਬੰਦੇ ਦੇ ਰਾਹੀਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਰਾਹੀਂ ਗੱਲ ਕੀਤੀ ਸੀ, ਕਹਿੰਦੇ ਵੀ ਇਹਨੂੰ ਫੜਾ ਦਿਓ, ਮੈਂ ਤੁਹਾਡੀ ਗੱਲ ਕਰੂੰਗਾ। ਤੇ ਉਹ DSP ਨੂੰ ਗ੍ਰਿਫਤਾਰ ਕਰ ਲਿਆ ਸੀ। ਉਦੋਂ ਵੀ ਨਾ ਆ ਗਿਆ ਸੀ, ਉਦੋਂ DDR ਪੈ ਗਈ ਸੀ ਜੀ ਕਿ ਫਿਰੋਜ਼ਪੁਰ ਰੇਂਜ ਦੇ ਇੱਕ ਵੱਡੇ ਅਧਿਕਾਰੀ ਦੀ ਵੀ ਇਹਦੇ ਵਿੱਚ ਇਨਵੋਲਵਮੈਂਟ ਹੈ। ਅੱਛਾ ਜੀ, ਨਾ ਨਹੀਂ ਪਾਇਆ ਸੀ, ਪਰ ਫਿਰੋਜ਼ਪੁਰ ਰੇਂਜ ਦਾ ਸਭ ਤੋਂ ਵੱਡਾ ਅਧਿਕਾਰੀ ਤਾਂ DIG ਹੁੰਦਾ, ਕਿਸੇ ਵੀ ਰੇਂਜ ਦਾ ਸਭ ਤੋਂ ਵੱਡਾ ਹੁੰਦਾ। ਉਹੀ ਗੱਲ ਹੋ ਗਈ। ਉਸ ਤੋਂ ਬਾਅਦ ਫਿਰ ਇੱਕ ਹੋਰ ਮਾਮਲਾ ਆਇਆ ਸੀ ਜੀ। ਉਸ ਮਾਮਲੇ ਦੇ ਵਿੱਚ ਇੱਕ ਸਬ ਇੰਸਪੈਕਟਰ ਸੀ CIA ਦਾ, ਉਹ ਕਹਿੰਦਾ ਸੀ ਵੀ ਮੈਥੋਂ ਵੀ ਪੈਸੇ ਲੈ ਗਏ। ਅੱਛਾ ਜੀ, ਮੈਨੂੰ ਟੌਰਚਰ ਕਰਕੇ ਮੈਥੋਂ ਪੈਸੇ ਲੈ ਗਏ, ਮੇਰਾ ਹੋਕੀ ਸੀ ਦਾ ਆਪਣਾ ਡੋਪ ਟੈਸਟ ਵੀ ਕਰਵਾਇਆ ਗਿਆ, ਔਰ ਪੈਸੇ ਵੀ ਕਹਿੰਦੇ ਵੀ 25 ਲੱਖ ਰੁਪਏ ਦੇ ਵਿੱਚ ਸੌਦਾ ਹੋਇਆ ਸੀ, ਕੁਛ ਦੇਤੇ ਸੀ, ਕੁਛ ਰਹਿ ਗਏ ਸੀ। ਉਹਨੇ ਵੀ ਫਿਰ ਗੱਲ ਵਿਜੀਲੈਂਸ ਵਾਲਿਆਂ ਨਾਲ ਕੀਤੀ ਤੇ ਵਿਜੀਲੈਂਸ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਸੀ। ਰੀਡਰ ਦਾ ਨਾਂ ਵੀ ਵਿੱਚ ਆ ਗਿਆ ਕਿ ਰੀਡਰ ਦੇ ਰਾਹੀਂ ਪੈਸੇ ਲਏ। ਹੁਣ ਜਿਹਦੇ ਰਾਹੀਂ ਪੈਸੇ ਲਏ ਉਹਨੂੰ ਤਾਂ ਕਾਬੂ ਕਰਨ ਵਾਲੀ ਗੱਲ ਕਰ ਲਈ, ਤਾਂ FIR ਚ ਲੈ ਲਿਆ, ਤੇ ਜਿਹਦੇ ਵਾਸਤੇ ਲਏ ਪੈਸੇ ਉਹਨੂੰ ਕਿਉਂ ਨਹੀਂ? ਆਮ ਤੌਰ ਤੇ ਆਪਾਂ ਦੇਖਦੇ ਹਾਂ ਇੱਥੇ ਵਿਜੀਲੈਂਸ ਵਾਲੇ ਫੜਦੇ, ਉੱਥੇ ਵਿਜੀਲੈਂਸ ਵਾਲੇ ਸਿੱਧਾ ਤੌਰ ਤੇ ਕਹਿੰਦੇ ਕਿ ਆਹ ਬੰਦੇ ਨੇ JE ਦੀ ਖਾਤਰ ਪੈਸੇ ਲਏ ਸੀ। ਪਟਵਾਰੀਆਂ ਦੇ ਨਾਲ ਇੱਕ ਉਹਨਾਂ ਨੇ ਅਨਧਿਕਾਰਤ ਲੜਕੇ ਰੱਖੇ ਹੋਏ ਆ, ਕੰਮ ਕਰਦੇ। ਬਿਲਕੁਲ ਹੈਗਾ, ਕਿਉਂਕਿ ਪਟਵਾਰੀਆਂ ਦੀ ਇੱਕ ਮਜਬੂਰੀ ਹੈ ਕਿ ਉਹਨਾਂ ਦੇ ਕੋਲੇ ਜਿਹੜਾ ਹੈਗਾ ਕਈ ਸਰਕਲਾਂ ਦਾ ਚਾਰਜ ਹੈ, ਪਟਵਾਰੀ ਉਹਨੇ ਹੈ ਨਹੀਂ ਗੇ, ਤੇ ਜੋ ਕਈ ਸਰਕਲਾਂ ਦਾ ਚਾਰਜ ਹੈ ਫਿਰ ਉਹਨਾਂ ਦਾ ਆਪਣਾ ਕੰਮ ਆਪਣੇ ਸਰਕਲ ਤੱਕ ਨਵੇੜੇ। ਉਹਨਾਂ ਨੇ ਕੁਝ ਬੰਦੇ ਰੱਖ ਲਏ ਕਿ ਆ ਭਾਈ ਨਿੱਕਾ ਮੋਟਾ ਕੰਮ ਤੁਸੀਂ ਕਰੀ ਚਲੋ, ਦਸਤਖਤ ਮੈਂ ਕਰ ਦੂੰਗਾ, ਜਮਾਬੰਦੀਆਂ ਵਗੈਰਾ ਤੁਸੀਂ ਲਾਈ ਜਾਓ, ਤੇ ਸਾਰਾ ਕੁਛ ਹੈ। ਉਹ ਆਮ ਤੌਰ ਤੇ ਫੜ ਲੈਂਦੇ ਕਿ ਜੀ ਉਹਨੇ ਪੈਸੇ ਲਏ ਸੀ, ਲਏ ਕਿਹਦੇ ਵਾਸਤੇ ਸੀ? ਪਟਵਾਰੀ ਵਾਸਤੇ। ਜੀ ਉੱਥੇ ਲਏ ਹੋ ਸਕਦੇ ਤੇ ਫਿਰ ਅਫਸਰਾਂ ਵਾਸਤੇ ਪੈਸੇ ਲੈਣ ਵਾਲੇ ਬੰਦੇ ਆ ਜਿਹੜੇ, ਜਾਂ ਅਫਸਰ ਜਿਹੜੇ ਪੈਸੇ ਲੈਂਦੇ, ਉਹਨਾਂ ਤੇ ਪ੍ਰਵਾਨਗੀ ਵਾਲਾ ਮਾਮਲਾ ਕਿਉਂ ਹੈ? ਇਹਨੂੰ ਬੰਦ ਕਰਨਾ ਚਾਹੀਦਾ ਹੈ। ਬੰਦ ਕਰਕੇ ਜਿਹੜਾ ਫੜਿਆ ਗਿਆ ਉਹਨੂੰ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਹੈ, ਔਰ ਕਾਨੂੰਨ ਉਹਨੂੰ ਸਜ਼ਾ ਦੇਵੇ। ਸੋ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਜੀ, ਹਾਈਵੇ 66 ਐਗਜ਼ਿਟ 43102224 ਰੈਜ਼ੀਡੈਂਸੀ ਰੋਡ ਮਨਾਸਸ। ਇੱਥੇ ਹਰ ਤਰ੍ਹਾਂ ਦੇ ਤੁਸੀਂ ਰੀਫਰ, ਟਰੱਕ ਐਂਡ ਟ੍ਰੇਲਰ, 3 ਐਕਸਲ ਟਰੱਕ ਅਲਾਈਨਮੈਂਟ, ਆਇਲ ਐਕਸਚੇਂਜ, ਡੈਫ ਕਲੀਨਿੰਗ ਤੋਂ ਇਲਾਵਾ DOT ਸੇਫਟੀ, ਟਾਇਰਸ ਵੀ ਤੁਸੀਂ ਬਾਏ ਕਰ ਸਕਦੇ ਹੋ ਕਿਸੇ ਵੀ ਸਮੇਂ। ਬਹੁਤ ਅੱਛਾ ਕਲੀਨ ਇਨਵਾਇਰਮੈਂਟ ਹੈ ਜੀ, ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਮੇਜਰ ਹਾਈਵੇਜ਼ ਤੇ ਫਰੀਵੇ ਤੋਂ ਬਹੁਤ ਹੀ ਨਜ਼ਦੀਕ, ਅਸੈਸੀਬਲ ਹੈ।
8043728800 ਤੇ ਕਾਲ ਕਰ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇੱਕੋ ਇੱਕ ਨਿਸ਼ਾਨਾ ਗਰੰਟਿਡ ਗ੍ਰੇਟ ਐਂਡ ਕੁਇਕ ਸਰਵਿਸ। ਤੁਸੀਂ ਇੱਥੇ तमाम ਮਕੈਨੀਕਲ ਕੰਮਾਂ ਦੇ ਲਈ ਰੀਫਰ ਵੀ ਤੁਸੀਂ ਠੀਕ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਇੰਜਨ ਰੀਬਿਲਟ, ਟਰਾਂਸਮਿਸ਼ਨ, ਗੇਅਰ, ਯੂਜ਼ਡ ਤੇ ਬ੍ਰੈਂਡ ਨਿਊ ਟਾਇਰਸ ਵੀ ਬਾਏ ਕਰ ਸਕਦੇ ਹੋ। ਪਰਮਜਾ ਜੱਸੀ ਨੂੰ ਕਾਲ ਕਰੋ 3179797205 ਜਾਂ ਫਿਰ 6612045818 ਤੇ। ਲੋਕੇਸ਼ਨ ਹੈ ਜੀ 315 ਵੈਸਟਰਨ ਹਾਨਾ ਐਵੀਨਿਊ, ਇੰਡੀਅਨ ਐਪਲਿਸ ਦੇ ਵਿੱਚ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। 24 ਕੈਰਟ ਸੋਨੇ ਦੇ ਗਹਿਣੇ ਖਰੀਦਣ ਦੇ ਲਈ ਤੁਹਾਡੀ ਖੋਜ ਆ ਜਿਹੜੀ ਉਹ ਖਤਮ ਹੋਏਗੀ 25416 ਐਵੀਨਿਊ ਕੈਂਟ ਦੇ ਵਿੱਚ, ਜਿੱਥੇ ਹੈ ਜੀ AC ਜਵੈਲਰਸ। तमाम तरह की ज्वैलरी इन्होंने को रेडी मिलती है, तुहाडे ऑन ऑर्डर भी तुहानू बना के दिंदे ने। 8568038877 ते कॉल कर सकते हो। इन्हां दियां दो लोकेशनां ने, कैंट दे विच है, दूजी सरी च है। फोन करके पुछ लो कित्थे कित्थे ने। 2536562666 दे उत्ते कॉल कर सकते हो। ते ढिल्लों साहब अगली खबर दे उत्ते आपां फिर नज़र मारीए तां वाइस चांसलर होरां दी जिहड़ी मामला है, ਇਹਦੇ ਵਿੱਚ ਕਹਿੰਦੇ ਮੰਤਰੀ ਜੀ ਦੀ ਜਿਹੜੀ ਹੈ ਵਿਜ਼ਿਟ ਸੀ। ਆਪਾਂ ਬਠਿੰਡੇ ਵੀ ਆਏ ਉਦਣ, ਕਹਿੰਦੇ ਜੀ ਅਚਨਚੇਤ ਚੈਕਿੰਗ। ਹੁਣ ਅਚਨਚੇਤ ਚੈਕਿੰਗ 'ਚ ਤਾਂ ਢਿੱਲੋਂ ਸਾਹਿਬ ਨਾਲ MLA ਵੀ ਨਹੀਂ ਹੁੰਦੇ, ਨਾਲ DC ਵੀ ਨਹੀਂ ਹੁੰਦਾ, ਕੋਈ ਨਹੀਂ ਹੁੰਦਾ, ਮੰਤਰੀ ਇਕੱਲਾ ਹੀ ਆ ਕੇ ਬਹਿ ਜਾਂਦਾ। ਪਰ ਇੱਥੇ ਰੂਟ ਲੱਗੇ, ਸੀਟੀਆਂ ਵੱਜੀਆਂ, ਆਮ ਆਦਮੀ ਪਾਰਟੀ ਦੇ ਸਥਾਨਕ ਲੀਡਰ, ਇਲਾਕੇ ਦੇ MLA ਪਹੁੰਚੇ। ਇੱਥੋਂ ਫਿਰ ਗਏ ਕਹਿੰਦੇ ਫਰੀਦਕੋਟ, ਤੇ ਕਹਿੰਦੇ ਫਰੀਦਕੋਟ ਵਾਲੀ ਦਾ ਤਾਂ ਕਹਿੰਦੇ ਪਹਿਲਾਂ ਹੀ इबादत लिखी हुई सी। बिल्कुल इबारत लिखी भी सी। ਉਹਦਾ ਪਤਾ ਕਿਵੇਂ ਲੱਗਦਾ ਹੈ? ਕਿਉਂਕਿ ਜਦੋਂ ਮੰਤਰੀ ਜੀ ਜਾਂਦੇ ਹੈ, ਮੰਤਰੀ ਜੀ ਜਾ ਕੇ ਜਾਣ ਤੋਂ ਪਹਿਲਾਂ ਜਦੋਂ ਇੰਟਰ ਕਰਦੇ ਹੈ ਤੇ ਉਹ ਤੁਰੇ ਜਾ ਰਹੇ ਆਪਦੀ ਗੱਡੀ ਦੇ ਵਿੱਚੋਂ ਉਤਰ ਕੇ, ਤੇ ਉਹਨਾਂ ਦੇ ਨਾਲ MLA ਜੈਤੋ ਵੀ ਹੈਗੇ, ਅਨਮੋਲ ਸਿੰਘ, ਔਰ ਨਾਲ BC ਸਾਹਿਬ ਜਿਹੜੇ ਅਧਿਕਾਰੀ ਗਣ ਉਹ ਵੀ ਹੈਗੇ। ਤੇ ਉਹ ਕਹਿ ਰਹੇ ਹੈ ਕਿ ਇਹ ਕੀ ਹੈ, ਇਹ ਹੱਥ ਵੀ ਮਾਰ ਰਹੇ ਹੈ ਕੀ ਐਡਾ ਐਡਾ ਘਾਹ, ਇਹ ਕਾਹਦੀ ਖਾਤਰ? ਅਸੀਂ ਇਹਨੂੰ ਯੂਨੀਵਰਸਿਟੀ ਨੂੰ ਨੰਬਰ 1 ਬਣਾਉਣਾ ਸੀ, ਇਹਦਾ ਹਾਲ ਕੀ ਹੈ? ਮਤਲਬ ਉਹ ਆਪਣੀ ਜਿਹੜੀ ਖਰਬਾਪਨ, ਆਪਣੀ ਜਿਹੜੀ ਰੰਜਿਸ਼ ਹੈ ਉਹ ਦਿਖਾ ਰਹੇ ਸੀ। ਉਹ ਤੋਂ ਬਾਅਦ ਉਹ ਚਲੇ ਗਏ, ਜਾ ਕੇ ਉਹਨਾਂ ਨੇ ਕਿਹਾ ਜੀ ਆਹ ਸਟੋਰ ਖੋਲੋ। ਅਸਲ ਦੇ ਵਿੱਚ ਉਹ ਸਟੋਰ ਨਹੀਂ, ਉਹ ਕੈਦੀਆਂ ਨੂੰ ਰੱਖਣ ਵਾਲੇ 2 ਕਮਰੇ ਸੀ ਜੀ। ਪਿਛਲੇ ਦਿਨਾਂ ਦੇ ਵਿੱਚ ਫਰੀਦਕੋਟ ਦੀ ਜੇਲ੍ਹ ਦੀਆਂ ਹਸਪਤਾਲ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਕਿ ਜਦੋਂ ਕੈਦੀਆਂ ਨੂੰ ਲਿਆਂਦਾ ਜਾਂਦਾ ਟ੍ਰੀਟਮੈਂਟ ਵਾਸਤੇ, ਕੁਛ ਕੈਦੀ ਉੱਥੋਂ ਜਿਹੜੇ ਹੈਗੇ ਰਫੂ ਚੱਕਰ ਹੁੰਦੇ, ਪਿੱਛੇ ਵੀਡੀਓ ਵੀ ਆਈ ਹੈ। ਹਾਂ, ਉਹਦੇ ਬਾਰੇ ਵਿੱਚ ਫਿਰ ਪੁਲਿਸ ਅਧਿਕਾਰੀਆਂ ਨੇ ਬੇਨਤੀ ਕੀਤੀ ਸੀ ਜੀ, ਹਸਪੀਟਲ ਦੀ ਜਿਹੜੀਆਂ ਅਧਿਕਾਰੀਗਣ ਸੀ ਜੀ, ਕਿ ਜੀ ਪ੍ਰਬੰਧ ਕੁਛ ਇਹੋ ਜਿਹਾ ਕੀਤਾ ਜਾਵੇ ਕਿ ਇਹਨਾਂ ਨੂੰ ਮਤਲਬ ਜਿਹੜਾ ਅਲੱਗ ਰੱਖਿਆ ਜਾਵੇ। ਉਹਨਾਂ ਨੇ ਜੀ 2 ਕਮਰੇ ਅਲਾਟ ਕਰ ਦਿੱਤੇ। ਹੁਣ ਜੇ ਕੈਦੀ ਆਊਗਾ ਤਾਂ ਕਮਰੇ ਦੇ ਵਿੱਚ ਹੋਊਗਾ, ਨਹੀਂ ਤਾਂ ਉਹਨਾਂ ਕਮਰਿਆਂ ਨੂੰ ਬੰਦ ਕੀਤਾ, ਲੌਕ ਕਰ ਦਿੱਤੇ। ਕਮਰੇ ਲੌਕ ਸੀ, ਉਹਨਾਂ ਨੇ ਇੱਕ ਕਮਰਾ ਖਲਵਾਇਆ, ਔਰ ਵਾਕਈ ਉਸ ਕਮਰੇ ਦੇ ਵਿੱਚ ਜਿਹੜੇ ਉਹ ਗੱਦੇ ਸੀ ਉਹ ਗੰਦੇ ਸੀ। ਕਹਿੰਦੇ ਵੀ ਐਡੇ ਗੰਦੇ, ਐਡੇ ਗੰਦੇ ਕਿਉਂ ਹੈ, ਕੀ ਗੱਲ ਹੈ? BC ਸਾਹਿਬ ਇਹ ਕੀ ਹੈ ਜੀ? BC ਸਾਹਿਬ ਇਹ ਤੋਂ ਪਹਿਲਾਂ ਕੁਝ ਬੋਲਦਾ ਤੇ ਉਹਨੂੰ ਕਹਿੰਦਾ ਤੁਸੀਂ ਪੈ ਸਕਦੇ ਹੋ, ਪੈ ਕੇ ਦਿਖਾਓ। ਉਹਨਾਂ ਨੇ ਨਾਲ ਦੀ ਨਾਲ ਪੈ ਗਏ ਤੇ 1 ਮਿੰਟ ਦੇ ਵਿੱਚ ਉੱਠ ਕੇ ਖੜੇ ਹੋ ਗਏ। ਖੜੇ ਹੋਣ ਤੋਂ ਬਾਅਦ ਜਿਹੜਾ ਹੈਗਾ ਮਾਮਲਾ, ਇਹਦੀ ਵੀਡੀਓ ਵੀ ਬਣ ਗਈ। ਵੀਡੀਓ ਕਿਹਨੇ ਬਣਾਈ? ਵੀਡੀਓ ਬਣ ਗਈ ਤੇ ਵੀਡੀਓ ਵਾਇਰਲ ਵੀ ਹੋ ਗਈ। ਗਲਤੀ ਮੈਂ ਸਮਝਦਾ ਕਿ ਵਾਈਸ ਚਾਂਸਲਰ ਦੀ ਪਹਿਲੀ ਇਹ ਸੀ ਕਿ ਜਦੋਂ ਉਹਨੂੰ ਕਿਹਾ ਸੀ ਪੈ, ਉਹਨੂੰ ਇਨਕਾਰ ਕਰਨਾ ਚਾਹੀਦਾ ਸੀ। ਉਹਨੇ ਕਹਿਣਾ ਸੀ ਜੀ ਨਹੀਂ, ਮੈਂ ਨਹੀਂ ਪੈਂਦਾ, ਮੈਨੂੰ ਜਿਹੜਾ ਤੁਸੀਂ ਨੋਟਿਸ ਵਗੈਰਾ ਦੇਣਾ ਦਿਓ, ਜੋ ਕਾਰਵਾਈ ਮੈਂ ਤਾਂ ਜਵਾਬ ਦੇਊਂਗਾ, ਕਿ ਜਿਹੜੀ ਕਾਰਵਾਈ ਕਰਨੀ ਹੈ ਕਰ ਦਿਓ। ਲੇਕਿਨ ਨਹੀਂ ਕੀਤਾ ਤੇ ਸ਼ਾਮ ਨੂੰ, ਰਾਤ ਪਈ ਨੂੰ ਵਾਈਸ ਚਾਂਸਲਰ ਨੇ ਅਸਤੀਫਾ ਦਿੱਤਾ ਜੀ। ਅਸਤੀਫਾ ਹਾਲੇ ਤੱਕ ਪ੍ਰਵਾਨ ਨਹੀਂ ਹੋਇਆ। ਵੈਸੇ ਇਹ ਗੱਲ ਆ ਗਈ ਹੈ, ਖਬਰ ਆ ਗਈ ਹੈ ਮੀਡੀਆ ਦੇ ਵਿੱਚ ਕਿ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ VC ਦੇ ਨਾਲ ਗੱਲ ਕੀਤੀ ਹੈ। VC ਨੇ ਕਿਹਾ ਜੀ ਹਾਲਾਤ ਅਜਿਹੇ ਨਹੀਂ ਕਿ ਮੈਂ ਠੀਕ ਤਰੀਕੇ ਨਾਲ ਕੰਮ ਕਰ ਸਕਾਂ, ਮੈਨੂੰ ਰੁਖਸਤ ਦਿਓ ਜੀ। ਉਹਨਾਂ ਨੇ ਕਿਹਾ ਤੁਸੀਂ ਵੇਟ ਕਰੋ, ਕੋਈ ਗੱਲ ਨਹੀਂ, ਮੈਂ ਆਪਾਂ ਮਿਲਾਂਗੇ ਤੇ ਮਿਲ ਕੇ ਫਿਰ ਆਪਾਂ ਗੱਲ ਕਰਾਂਗੇ ਜੀ। ਇਹ ਗੱਲ ਉਹਨਾਂ ਨੇ ਕਹੀ ਸੀ, ਔਰ ਉਹਨਾਂ ਦਾ ਫਿਰ ਇੱਕ ਬਿਆਨ ਵੀ ਆ ਗਿਆ ਸੀ। ਉਹਨਾਂ ਨੇ ਕਿਹਾ ਕਿ ਮੇਰੇ ਬਹੁਤ ਅੱਛੇ ਤਾਲੁਕਾਤ ਹੈ ਵਾਈਸ ਚਾਂਸਲਰ ਨਾਲ, ਰਾਜ ਬਹਾਦਰ ਹੋਰਾਂ ਨਾਲ, ਤੇ ਪੁਰਾਣੇ ਤਾਲੁਕਾਤ ਹੈ ਜੀ। ਉਦੋਂ ਜਦੋਂ ਇਹ ਸੈਕਟਰ 32 ਦਾ ਜਿਹੜਾ ਮੈਡੀਕਲ ਕਾਲਜ ਹੈ ਉਹਦੇ ਹੈੱਡ ਹੁੰਦੇ ਸੀ ਜੀ। ਉਹਨਾਂ ਨੇ ਕਿਹਾ ਕਿ ਮੇਰੇ ਫਾਦਰ ਦੀ ਵੀ ਜਿਹੜੀ ਸਪਾਈਨ ਦੀ ਸਰਜਰੀ ਇਹਨਾਂ ਨੇ ਕੀਤੀ ਹੋਈ ਸੀਗੀ, ਮਾਸਟਰ ਜੀ ਦੀ। ਇਹ ਭਗਵੰਤ ਸਿੰਘ ਮਾਨ ਹੋਰੀ ਕਹਿੰਦੇ ਚੰਗੇ ਤਾਂ ਵੈਸੇ ਜਦੋਂ ਕਿਸੇ ਦੀ ਸਰਜਰੀ ਆਪਾਂ ਕਿਸੇ ਆਪਣੇ ਮਾਪਿਆਂ ਦੀ ਕਰਾਉਣੇ ਡਾਕਟਰ ਤੋਂ, ਤੇ ਡਾਕਟਰ ਚੰਗੀ ਸਰਜਰੀ ਕਰਦਾ ਹੈ, ਉਹਦਾ ਨਾਲ ਰਿਸ਼ਤਾ ਬਣ ਜਾਂਦਾ, ਔਰ ਉਹ ਰਿਸ਼ਤਾ ਲੰਬਾ ਚੱਲਦਾ ਰਹਿੰਦਾ ਹੈ। ਖਾਸ ਕਰਕੇ ਜਿਸ ਵੇਲੇ ਭਗਵੰਤ ਸਿੰਘ ਮਾਨ ਹੋਰਾਂ ਦੇ ਪਿਤਾ ਸ਼੍ਰੀ ਦਾ
ਉਹ ਸਰਜਰੀ ਹੋਈ ਹੈ ਜਾਂ ਆਪਰੇਸ਼ਨ ਹੋਇਆ, ਉਦੋਂ ਉਹ ਵੀ ਚੜ੍ਹਦੀ ਕਲਾ ਸੀਗੇ ਜੀ। ਮਾਨ ਸਾਹਿਬ ਦੀ ਉਹਨਾਂ ਦੀ ਚੜ੍ਹਾਈ ਸੀ ਪੂਰੀ ਕਲਾ ਦੇ ਖੇਤਰ ਦੇ ਵਿੱਚ। ਔਰ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਉਹਨਾਂ ਦਾ ਫਿਰ ਉਹ ਸੈਲੀਬ੍ਰਿਟੀ ਹੈ ਅਤੇ ਉਹ ਕੁਦਰਤੀ ਤੌਰ 'ਤੇ ਉਹਨਾਂ ਨੂੰ ਜਿਹੜੀ ਹੈਗੀ ਹੈ ਵੇਟ ਦਿੰਦੇ ਹੈ। ਅੱਜ ਵੀ ਕਈ ਬੰਦਿਆਂ ਨਾਲ ਗੱਲ ਕਰਦੇ ਆਪਾਂ ਵੀ ਇੱਕ ਅਫਸਰ ਨਾਲ ਗੱਲ ਕਰ ਰਹੇ ਸੀ ਕਿ ਰਾਜ ਬਹਾਦਰ ਦੇ ਵਿੱਚ ਇਹ ਗੁਣ ਹੈਗਾ ਕਿ ਜੇ ਉਹਨੂੰ ਕੋਈ ਆਫਿਸਰ ਕੋਈ ਸੈਲੀਬ੍ਰਿਟੀ ਸਿਫਾਰਿਸ਼ ਕਰਦੇ ਆ ਤੇ ਉਹ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਉਹ ਦੇਖਦੇ ਕਰਦੇ ਹੈ। ਸਵੇਰੇ ਵੀ ਮੇਰੀ ਕਿਸੇ ਬੰਦੇ ਨਾਲ ਗੱਲ ਹੋ ਰਹੀ ਸੀ, ਉਹ ਵੀ ਇੱਦਾਂ ਦੱਸਦਾ ਸੀ। ਅੱਜ ਤਾਂ ਆਪਾਂ ਨੂੰ ਆਪਾਂ ਦੋਨੋਂ ਇਕੱਠੇ ਹੀ ਸੀਗੇ ਜਦੋਂ ਇੱਕ ਅਫਸਰ ਨੇ ਆਪਾਂ ਨੂੰ ਇਹ ਗੱਲ ਦੱਸੀ। ਖੈਰ ਉਹਨੂੰ ਜਿਹੜਾ ਹੈਗਾ ਨਾ ਤਾਂ ਅੱਜ ਤੱਕ ਅਸਤੀਫਾ ਪ੍ਰਵਾਨ ਕੀਤਾ ਤੇ ਨਾ ਹੀ ਭਗਵੰਤ ਸਿੰਘ ਮਾਨ ਨੇ ਦੁਬਾਰਾ ਗੱਲ ਕੀਤੀ ਜੀ। ਲੇਕਿਨ ਇੱਕ ਗੱਲ ਆ ਰਹੀ ਹੈ, ਕਹਿੰਦੇ ਵੀ ਜਿਹੜੇ ਜੌੜ ਮਾਜਰਾ ਸਾਹਿਬ ਹੈ ਜੀ ਇਹ ਗਏ ਸੀ ਮਿਲਣ ਵਾਸਤੇ ਭਗਵੰਤ ਸਿੰਘ ਮਾਨ ਹੋਰਾਂ ਨੂੰ ਉਹਨਾਂ ਦੀ ਕੋਠੀ ਜੀ, ਤੇ ਉੱਥੇ ਉਹ ਮਿਲੇ ਨਹੀਂ। ਹੁਣ ਦਾਨੇਵਾਲੀਆ ਸਾਹਿਬ ਇਸ ਵੇਲੇ ਆਮ ਆਦਮੀ ਪਾਰਟੀ ਬੜੀ ਕੁੜਕੀ 'ਚ ਫਸੀ ਬਹੁਤ ਜ਼ਿਆਦਾ ਕਿਉਂਕਿ ਇੱਕ ਪਾਸੇ ਤਾਂ ਜਿਹੜੇ ਹੈਗੇ ਹੈ ਅਧਿਕਾਰੀਗਣ ਖਾਸ ਕਰਕੇ ਮੈਡੀਕਲ ਪ੍ਰੋਫੈਸ਼ਨ ਦੇ ਲੋਕ ਜੀ ਉਹਨਾਂ ਦੇ ਵਿੱਚ ਨਿਰਾਸ਼ਤਾ ਹੈ ਬਹੁਤ ਜ਼ਿਆਦਾ। ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਗੈਰਾ ਨੇ IMA ਵਗੈਰਾ ਨੇ ਵੀ ਡਿਮਾਂਡ ਕੀਤੀ ਹੈ ਕਿ ਜੀ ਕਾਰਵਾਈ ਕੀਤੀ ਜਾਵੇ। ਮਾਨ ਸਾਹਿਬ ਨੇ ਗੱਲ ਕਹਿਤੀ ਕਿ ਕੰਮ ਕਰਦਿਆਂ ਤੋਂ ਕਈ ਵਾਰੀ ਮਤਲਬ ਜਿਹੜਾ ਹੈਗਾ ਥੋੜ੍ਹਾ ਬਹੁਤਾ ਇੱਧਰ ਉੱਧਰ ਵੀ ਹੋ ਜਾਂਦਾ, ਗਲਤੀ ਫਲਤੀ ਵੀ ਹੋ ਜਾਂਦੀ ਹੈ, ਰਹਿਣ ਦਿਓ। ਖੈਰ ਕੋਈ ਗੱਲ ਨਹੀਂ, ਉਹਨਾਂ ਨੇ ਗੱਲ ਕਹਿ ਦਿੱਤੀ। ਇੱਕ ਪਾਸੇ ਤਾਂ ਉਹ ਡਿਮਾਂਡ ਕਰ ਰਹੇ ਹੈ, ਦੂਜੇ ਪਾਸੇ ਕੁਛ ਅਧਿਕਾਰੀਆਂ ਨੇ ਅਸਤੀਫੇ ਵੀ ਦਿੱਤੇ ਜੀ। ਤੇ ਉਧਰਲੇ ਪਾਸੇ ਜੇ ਆਪਾਂ ਦੇਖੀਏ ਤੇ ਇਹ ਤੋਂ ਪਹਿਲਾਂ ਵਿਜੇ ਸਿੰਗਲਾ ਇੱਕ ਹੈਲਥ ਮਿਨਿਸਟਰ ਸੀ, ਉਹਨਾਂ ਨੂੰ ਵੀ ਬਰਖਾਸਤ ਕਰਨਾ ਪੈ ਗਿਆ ਸੀ ਜੀ। ਜੇ ਦੂਜੇ ਹੈਲਥ ਮਿਨਿਸਟਰ ਨੂੰ ਵੀ ਉਹ ਹਟਾਉਂਦੇ ਹੈ ਅਹੁਦੇ ਤੋਂ, ਉਹਨਾਂ ਨੂੰ ਫਾਰਗ ਕਰਦੇ ਹੈ ਤਾਂ ਫਿਰ ਕੰਮ ਉਹਨਾਂ ਦੀ ਮਿਨਿਸਟਰੀ ਵਾਪਸ ਲੈਂਦੇ ਹੈ ਤਾਂ ਕੰਮ ਟੇਢਾ ਹੋ ਜਾਊ। ਇਹਦੇ ਨਾਲ ਕੰਮ ਟੇਢਾ ਹੋਣਾ, ਸਿਗਨਲ ਵੀ ਗਲਤ ਜਾਊ। ਤੇ ਨਾਲ ਦੂਜੇ ਇਹ ਵੀ ਹੈ ਕਿ ਮੈਡੀਕਲ ਕਾਲਜ ਫਰੀਦਕੋਟ ਦਾ ਹਾਲ ਕੋਈ ਬਹੁਤਾ ਚੰਗਾ ਨਹੀਂ, ਇਹ ਤਾਂ ਸ਼ੁਰੂ ਤੋਂ ਹੀ ਬਹੁਤ ਬੁਰਾ ਹਾਲ। ਲੋਕ ਉੱਥੇ ਬੈਠ ਕੇ ਕਾਫੀ ਜਿਹੜਾ ਹੈਗਾ ਜਿਹੜੇ ਹੈਗੇ ਪ੍ਰੋਟੈਸਟ ਵੀ ਕਰ ਰਹੇ ਆ ਜੀ, ਸਾਡੀ ਸੁਣਵਾਈ ਨਹੀਂ ਹੁੰਦੀ, ਕੋਈ ਕੰਮ ਨਹੀਂ ਹੁੰਦਾ, ਕੋਈ ਧੰਦਾ ਨਹੀਂ ਹੁੰਦਾ। ਇਹ ਆਪਦੀ ਥਾਂ ਦੇ ਉੱਤੇ ਠੀਕ ਹੈ। ਔਰ ਹੁਣ ਉੱਥੇ ਇੱਕ ਨਵੀਂ ਕਿਸਮ ਦੀ ਜਿਹੜੀ ਹੈਗੀ ਲੌਬੀ ਸ਼ੁਰੂ ਹੋ ਗਈ। ਕੁਛ ਤਾਂ ਕਰਮਚਾਰੀ ਹੈ ਜਿਹੜੇ ਉਹ ਧਰਨੇ ਤੇ ਬੈਠੇ ਹੈ, ਕੁਛ ਉਹ ਲੋਕ ਜਿਹੜੇ ਵਾਈਸ ਚਾਂਸਲਰ ਤੋਂ ਅੱਕੇ ਹੋਏ ਸੀ ਉਹ ਹੈ, ਕੁਛ ਲੋਕ ਜਿਹੜੇ ਦੁਖੀ ਸੀ ਉਹ ਵੀ ਆ ਗਏ। ਲੇਕਿਨ ਜਿਹੜੇ ਆਮ ਤੌਰ ਤੇ ਮੇਰਾ ਮੰਨਣਾ ਹੈ ਜਿਹੜੇ ਦੁਖੀ ਹੁੰਦੇ ਹੈ ਉਹਨਾਂ ਨੂੰ ਤਾਂ ਮੌਕਾ ਹੀ ਨਹੀਂ ਮਿਲਦਾ। ਦੁਖੀਆਂ ਦੇ ਨਾਂ ਦੇ ਉੱਤੇ ਕਈ ਵਾਰੀ ਗੱਲਬਾਤ ਹੁੰਦੀ ਹੈ। ਮੈਨੂੰ ਵੀ ਇੱਕ ਸੱਜਣ ਦਾ ਆਪਣੇ ਬੜੇ ਜਿਹੜੇ ਹੈਗੇ ਲਿਸਨਰ ਆ ਉਹਨਾਂ ਦਾ ਫੋਨ ਆਇਆ ਸੀ, ਕਹਿੰਦੇ ਜੀ ਤੁਸੀਂ ਇਹ ਗੱਲ ਕਰੋ। ਮੈਂ ਉਹਨਾਂ ਨੂੰ ਕਿਹਾ ਜੀ ਸਿਸਟਮ ਇਹ ਹੈ ਕਿ ਜਦੋਂ ਇਹੋ ਜਿਹੀ ਗੱਲ ਬਣ ਜਾਂਦੀ ਹੈ, ਜੇ ਅਸੀਂ ਉੱਥੇ ਦੀਆਂ ਹਸਪਤਾਲ ਦੀਆਂ ਖਾਮੀਆਂ ਉਹਨੂੰ ਜ਼ਰੂਰ ਅਸੀਂ ਕਰਾਂਗੇ, ਨੰਗਾ ਕਰਾਂਗੇ, ਪਰ ਅਸੀਂ ਕਿਸੇ ਦੇ ਹੱਕ ਵਿੱਚ ਨਹੀਂ ਭੁਗਤਦੇ ਜੀ। ਇਸ ਵੇਲੇ ਜੇ ਅਸੀਂ ਰਾਜ ਬਹਾਦਰ ਦੀਆਂ ਕੋਈ ਗਲਤੀਆਂ ਕੱਢਾਂਗੇ ਤਾਂ ਇਹਦਾ ਮਤਲਬ ਹੈ ਕਿ ਅਸੀਂ ਵਜ਼ੀਰ ਦੇ ਹੱਕ ਵਿੱਚ ਭੁਗਤਾਂਗੇ। ਤੇ ਵਜ਼ੀਰ ਨੇ ਜਿਹੜੀ ਇੱਕ ਕਾਰਵਾਈ ਕੀਤੀ ਹੈ ਇਹ ਭਗਵੰਤ ਸਿੰਘ ਮਾਨ ਦੇ ਹੱਕ 'ਚ ਨਹੀਂ ਜਾ ਰਹੀ, ਕਮੀਆਂ ਬਹੁਤ ਹੋਣਗੀਆਂ, ਹਾਂ ਉਹਦੇ ਵਿਰੋਧ 'ਚ ਜਾ ਰਹੀ ਹੈ। ਭਗਵੰਤ ਸਿੰਘ ਮਾਨ ਬੁਰਾਈ ਤਰ੍ਹਾਂ ਫਸਿਆ ਹੋਇਆ। ਇੱਕ ਪਾਸੇ ਦਿੱਲੀ ਦੀ ਦਖਲਅੰਦਾਜ਼ੀ ਹੈ ਬਿਲਕੁਲ, ਦੂਜੇ ਪਾਸੇ ਜੇ ਉਹਦੇ ਵਜ਼ੀਰ ਨੂੰ ਡਿਫੈਂਡ ਕੀਤਾ ਜਾਂਦਾ ਹੈ ਉਹ ਵਜ਼ੀਰ ਹੋਰ ਤਕੜਾ ਹੋਊ ਤੇ ਉਹਦੇ ਵਰਗੇ ਹੋਰ ਤਕੜੇ ਹੋਣਗੇ ਤੇ ਭਗਵੰਤ ਸਿੰਘ ਮਾਨ ਦੀ ਪੋਜੀਸ਼ਨ ਲੋਕਾਂ ਦੇ ਵਿੱਚ ਡਾਊਨ ਹੋਣੀ। ਇਹ ਗੱਲ ਚੰਗੀ ਨਹੀਂ। ਖੈਰ ਅੱਜ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਐਡੀਟੋਰੀਅਲ ਲੱਗਿਆ ਹੋਇਆ ਜੀ, ਮੈਂ ਉਸ ਐਡੀਟੋਰੀਅਲ ਨੂੰ ਪੜ੍ਹਿਆ, ਮੈਨੂੰ ਵੀ ਉਹਦੇ ਤੋਂ ਕਾਫੀ ਚਾਨਣ ਹੋਇਆ। ਉਹ ਐਡੀਟੋਰੀਅਲ ਦੱਸਦੇ ਕਿ ਅਸਲ ਦੇ ਵਿੱਚ ਵਾਈਸ ਚਾਂਸਲਰ ਦਾ ਕੰਮ ਕੀ ਹੈ। ਸਾਫ ਸਫਾਈ ਰੱਖਣੀ ਤਾਂ ਵਾਈਸ ਚਾਂਸਲਰ ਦਾ ਕੰਮ ਨਹੀਂ ਹੈਗਾ, ਨਾ ਉਹਦਾ ਪੜਾਉਣ ਦਾ ਕੰਮ ਹੈ। ਇਹ ਕੰਮ ਤਾਂ ਮੈਡੀਕਲ ਸੁਪਰਡੈਂਟ ਦਾ ਹੈ, ਹਾਂ ਇਹ ਪ੍ਰਿੰਸੀਪਲ ਦਾ ਵੀ ਨਹੀਂ ਨਾ। ਪ੍ਰਿੰਸੀਪਲ ਨੇ ਵੀ ਪੜਾਉਣਾ ਹੈ ਆਪਣੇ ਕਾਲਜ ਦੇ ਵਿੱਚ। ਜਿਹੜਾ ਵਾਈਸ ਚਾਂਸਲਰ ਹੈ, ਵਾਈਸ ਚਾਂਸਲਰ ਨੇ ਉਹਨਾਂ ਸਾਰੇ ਕਾਲਜਾਂ ਦੇ ਪੜਾਉਣ ਵਾਲਿਆਂ ਦੇ ਉੱਤੇ ਨਿਗਰਾਨੀ ਕਰਨੀ ਹੈ ਜਿਹੜੇ ਕਾਲਜ ਇਹਦੇ ਨਾਲ ਐਫੀਲੇਟਡ ਹੈ। ਮਿਸਾਲ ਦੇ ਤੌਰ ਤੇ ਮੈਡੀਕਲ ਕਾਲਜ ਫਰੀਦਕੋਟ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਉਹ ਇਹਦੇ ਨਾਲ ਐਫੀਲੇਟਡ ਹੈ। ਅੰਮ੍ਰਿਤਸਰ ਵਾਲਾ ਸਰਕਾਰੀ ਕਾਲਜ ਵੀ ਇਹਦੇ ਨਾਲ ਐਫੀਲੇਟਡ ਹੈ। ਪਟਿਆਲੇ ਵਾਲਾ ਰਜਿੰਦਰਾ, ਜਿੰਨੇ ਪ੍ਰਾਈਵੇਟ ਕਾਲਜ ਵੀ ਹੈ ਜੀ, ਡੈਂਟਲ ਉਹ ਸਾਰੇ ਇਹਦੇ ਨਾਲ ਐਫੀਲੇਟਡ ਹੈ। ਉਹਨਾਂ ਦੀ ਜਿਹੜੀ ਹੈਗੀ ਹੈ ਪੜ੍ਹਾਈ ਲਿਖਾਈ ਕਿਵੇਂ ਦੀ, ਇਹਨਾਂ ਦੀ ਜ਼ਿੰਮੇਵਾਰੀ ਉਹਦੇ ਤੇ ਹੈ। ਬਾਕੀ ਕੰਮ ਤਾਂ ਜਿਹੜਾ ਹੈ ਹੀ ਨਹੀਂ, ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ, ਉਹਨਾਂ ਦੀ ਪ੍ਰਬੰਧ ਦੀ ਕੋਈ ਜ਼ਿੰਮੇਵਾਰੀ ਨਹੀਂ ਤੇ ਉਸ ਪ੍ਰਬੰਧ ਦੇ ਲਈ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਵੇ। ਨਾਲੇ ਸਰਕਾਰ ਪੈਸੇ ਸਰਕਾਰ ਨੇ ਦੇਣੇ ਆ, ਨਹੀਂ ਉਹ ਨਾ ਵੀ ਦੇਵੇ, ਸਰਕਾਰ ਕੁਝ ਵੀ ਨਾ ਦੇਵੇ, ਮਤਲਬ ਇਹ ਵੀ ਘੱਟੋ ਘੱਟ ਮੰਤਰੀ ਨੂੰ ਇੰਨੀ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਵਾਕਈ ਸਾਫ਼ ਸਫਾਈ ਕਰਵਾਉਣੀ ਹੈ ਤਾਂ ਫਿਰ ਸਾਫ਼ ਸਫਾਈ ਦੇ ਮਾਮਲੇ ਦੇ ਵਿੱਚ ਤੁਸੀਂ ਜਿਹੜਾ ਸੰਬੰਧਿਤ ਬੰਦਾ ਉਹਨੂੰ ਕਿਉਂ ਤੁਸੀਂ ਡੰਡ ਡਪਟ ਕਰਦੇ, ਉਹਦੇ ਖਿਲਾਫ ਤੁਸੀਂ ਜਿਹੜੀ ਬਣਦੀ ਹੈ ਕਾਰਵਾਈ ਉਹ ਕਿਉਂ ਨਹੀਂ ਕਰਦੇ, ਤੇ ਤੁਸੀਂ ਸਿੱਧੀ ਮਤਲਬ ਜਿਹੜੀ ਹੈਗੀ ਵਾਈਸ ਚਾਂਸਲਰ ਨੂੰ ਜੋ ਟਾਰਗੇਟ ਕਰਦੇ ਹੋ। ਤਾਂ ਇਹਦੇ ਵਿੱਚ ਅੱਜ ਫਿਰ ਭਾਸਕਰ ਅਖਬਾਰ ਵਾਲਿਆਂ ਨੇ ਇੱਥੇ ਇਹ ਸਿੱਟਾ ਕੱਢਿਆ ਕਿ ਅਸਲ ਦੇ ਵਿੱਚ ਜਿਹੜੀ ਇਹ ਚੈਕਿੰਗ ਸੀ ਮੰਤਰੀ ਦੀ, ਇਹਨੂੰ ਆਪਾਂ ਅਚਨਚੇਤ ਚੈਕਿੰਗ ਨਹੀਂ ਕਹਿ ਸਕਦੇ, ਇਹ ਸਕ੍ਰਿਪਟਡ ਸੀ। ਕੁਛ ਉਹ ਲੋਕ ਜਿਹੜੇ ਵਾਈਸ ਚਾਂਸਲਰ ਨੂੰ ਇਹ ਚਾਹੁੰਦੇ ਸੀ ਕਿ ਵਾਈਸ ਚਾਂਸਲਰ ਉਹਨਾਂ ਨੂੰ ਅਹਿਮ ਪੋਜੀਸ਼ਨਾਂ ਤੇ ਲਾਵੇ, ਉਹਨੇ ਨਹੀਂ ਸੀ ਲਾਏ, ਉਹ ਦੁਖੀ ਸੀ। ਉਹਨਾਂ ਨੇ ਫਿਰ ਜਿਹੜੇ ਹੈ ਸਥਾਨਕ ਜਿਹੜੇ ਆਮ ਆਦਮੀ ਪਾਰਟੀ ਦੇ MLA ਵਗੈਰਾ ਸੀਗੇ ਉਹਨਾਂ ਦੇ ਨਾਲ ਸੰਪਰਕ ਕੀਤਾ
ਔਰ ਇਹ ਮਾਮਲਾ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਉੱਠਿਆ ਸੀ ਤੇ ਇਹ ਗੱਲ ਵੀ ਧਨਲਗੇ ਸਾਹਿਬ ਹੋ ਗਈ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਨਿਯੁਕਤੀਆਂ ਸੀ, ਕੁਝ ਨੌਕਰੀਆਂ ਕੱਢੀਆਂ ਸੀ, ਅਸਾਮੀਆਂ ਕੱਢੀਆਂ ਸੀ ਵਾਈਸ ਚਾਂਸਲਰ ਨੇ। ਉਦੋਂ ਵੀ ਕਈ ਹਲਕਿਆਂ ਦੇ ਜਿਹੜੇ ਵਿਧਾਇਕ ਹੈ ਉਹਨਾਂ ਨੇ ਸਿਫਾਰਿਸ਼ਾਂ ਕੀਤੀਆਂ ਸੀ ਕਿ ਜੀ ਸਾਡੇ ਬੰਦਿਆਂ ਨੂੰ ਰੱਖਿਆ ਜਾਵੇ ਜੀ, ਪਰ ਕਹਿੰਦੇ ਵੀ ਰਾਜ ਬਹਾਦਰ ਨੇ ਕਹਿਤਾ ਜੀ ਸੌਰੀ ਮੈਂ ਅਜਿਹਾ ਨਹੀਂ ਕਰ ਸਕਦਾ, ਤਾਂ ਇਹਨੂੰ ਟਾਰਗੇਟ ਕੀਤਾ ਗਿਆ। ਉਸ ਟਾਰਗੇਟ ਦਾ ਨਤੀਜਾ ਹੈ ਕਿ ਇਹ ਇੱਕ ਜਿਹੜੀ ਹੈਗੀ ਹੈ ਚੈਕਿੰਗ ਹੈ ਜਿਹੜੀ ਹੈ ਸਕ੍ਰਿਪਟਡ ਸੀ, ਇਬਾਰਤ ਪਹਿਲੇ ਲਿਖੀ ਹੋਈ ਸੀ ਜੀ। ਸੋ ਤੁਸੀਂ ਕਿਸੇ ਪ੍ਰਕਾਰ ਦੀ ਟੈਕਸ ਨਾਲ ਰਿਲੇਟਡ ਤੁਹਾਨੂੰ ਕੋਈ ਪ੍ਰੋਬਲਮ ਹੈ ਜਾਂ ਫਿਰ ਤੁਸੀਂ ਟੈਕਸ ਅਕਾਊਂਟਸ ਵਗੈਰਾ ਮੇਨਟੇਨ ਕਰਨੇ ਨੇ, ਬੁੱਕ ਕੀਪਿੰਗ ਕਰਨੀ ਹੈ, ਟਰੱਕ ਬੁੱਕ ਕੀਪਿੰਗ ਹੈ, ਪਰਸਨਲ ਟੈਕਸਿਸ ਹੈ, ਪੇਰੋਲ ਬਣਾਉਣਾ ਹੈ ਜਾਂ ਪੇਰੋਲ ਦੇ ਟੈਕਸਿਸ ਕਿਵੇਂ ਰੱਖਣੇ ਨੇ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਜੀ। ਤੁਹਾਡਾ ਸਾਰਾ ਕੰਮ ਕਰਕੇ ਦੇਣਗੇ ਅਕਾਊਂਟਸ, ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸੋਲ ਹੋ ਰਹੀ 2535208886 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, 253-520-8886 ਤੇ। ਲੋਕੇਸ਼ਨ ਹੈ ਜੀ 24915 104 ਐਵੇਨਿਊ ਕੈਂਟ, ਵਾਸ਼ਿੰਗਟਨ ਦੇ ਵਿੱਚ। ਤੁਸੀਂ ਬੇਝਿਜਕ ਹੋ ਕੇ ਪੰਜਾਬੀ ਦੇ ਵਿੱਚ ਗੱਲ ਕਰ ਸਕਦੇ ਹੋ। ਬਹੁਤ ਹੀ ਮਸ਼ਹੂਰ ਸ਼ੈਫ ਹੈ ਜੀ ਮੱਖਣ ਨਾਗਰਾ, ਜਿਨ੍ਹਾਂ ਨੇ ਆਪਣਾ ਬਿਜ਼ਨਸ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਖੋਲ੍ਹ ਲਿਆ ਜੀ ਕੈਂਟ ਦੇ ਵਿੱਚ 23609 104 ਐਵੇਨਿਊ ਤੇ। ਇੱਥੋਂ ਤੁਸੀਂ ਆਰਡਰ ਵੀ ਕਰ ਸਕਦੇ ਹੋ, ਔਨਲਾਈਨ ਡਿਲੀਵਰੀ ਵੀ ਮੰਗਾ ਸਕਦੇ ਹੋ ਜਾਂ ਫਿਰ ਡਾਈਨ ਇਨ ਵੀ ਕਰ ਸਕਦੇ ਹੋ। ਹਰ ਤਰ੍ਹਾਂ ਦਾ ਪੰਜਾਬੀ ਇੰਡੀਅਨ ਫੂਡ ਤੁਹਾਨੂੰ ਉੱਥੇ ਮਿਲੇਗਾ ਤੁਹਾਡੇ ਮਨਪਸੰਦ ਦਾ। ਅਤੇ ਜੇਕਰ ਤੁਸੀਂ ਪਿਕ ਕਰਨਾ ਤਾਂ 1520 ਬਰਾਡਵੇ ਸਿਐਟਲ ਤੋਂ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕੈਟਰਿੰਗ ਵੀ ਕਰਵਾ ਸਕਦੇ ਹੋ ਵਿਆਹ ਸ਼ਾਦੀ ਕਿਸੇ ਵੀ ਫੰਕਸ਼ਨ ਦੀ। ਅਤੇ 2063531699 2532467296 ਤੇ ਕਾਲ ਕਰ ਸਕਦੇ ਹੋ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਡਿਸਕਾਊਂਟ ਵੀ ਅੱਛਾ ਮਿਲੇਗਾ। ਸੋ ਢਿੱਲੋਂ ਸਾਹਿਬ ਝਾਰਖੰਡ ਵੱਲ ਚੱਲੀਏ। ਕਹਿੰਦੇ ਨੋਟ ਕਹਿੰਦੇ ਫਿਰ ਇੱਕ ਵਕੀਲ ਦੇ ਘਰੋਂ ਵੀ ਛਮ ਕਰਕੇ ਡਿੱਗ ਪਏ ਜੀ। ਉੱਥੇ ਘਰੋਂ ਨਹੀਂ ਜੀ, ਕੋਲੋਂ ਡਿੱਗੇ ਹੈ, ਕੋਲੋਂ ਹੀ ਡਿੱਗ ਪਏ। ਮੇਰਾ ਖਿਆਲ ਵੀ ਲੱਖਾਂ ਨਾਲ ਹੀ ਬਣੇ ਹੋਏ ਸੀਗੇ। ਅੱਛਾ। ਅਸਲ ਦੇ ਵਿੱਚ ਆਪਾਂ ਨੂੰ ਪਤਾ ਵੀ ਝਾਰਖੰਡ ਦੇ ਵਿੱਚ ਜਿਹੜਾ ਹੈਗਾ ਝਾਰਖੰਡ ਮੁਕਤੀ ਮੋਰਚਾ, ਜਿਹਦੇ ਮੁਖੀ ਇਸ ਵੇਲੇ ਸੁਮੰਤ ਸਰੇਨ ਹੈ। ਪਹਿਲਾਂ ਵੀ ਉਹ ਚਰਚਾ 'ਚ ਰਹੇ ਨੇ। ਹਾਂ, ਉਹਨਾਂ ਦੇ ਪਿਤਾ ਪਹਿਲਾਂ ਸ਼ਿਬੂ ਸੋਰੇਨ ਹੁੰਦੇ ਸੀਗੇ ਉੱਥੇ ਦੇ ਮੁੱਖ ਮੰਤਰੀ ਕੋਲ। ਔਰ ਹਾਂ, ਝਾਰਖੰਡ ਮੁਕਤੀ ਮੋਰਚੇ ਦਾ ਉੱਥੇ ਚੰਗਾ ਦਬਦਬਾ ਹੈ। ਉਹਨਾਂ ਦੀ ਉੱਥੇ ਸਰਕਾਰ ਹੈ ਤੇ ਕਾਂਗਰਸ ਪਾਰਟੀ ਦੀ ਉਹਨਾਂ ਨੂੰ ਹਮਾਇਤ ਹੈ ਜੀ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਆਪਰੇਸ਼ਨ ਲੋਟਸ ਦੀ ਚਰਚਾ ਵਾਹਵਾ ਹੁੰਦੀ ਹੈ ਕਿ ਜੀ ਕਦੇ ਤਾਂ ਮੱਧ ਪ੍ਰਦੇਸ਼ ਵਿੱਚ ਆਪਰੇਸ਼ਨ ਲੋਟਸ ਹੋ ਗਿਆ, ਕਦੇ ਗੋਆ ਦੇ ਵਿੱਚ ਹੋ ਗਿਆ, ਕਦੇ ਕਿਤੇ ਹੋਰ ਹੋ ਗਿਆ, ਕਦੇ ਕੁਛ ਹੋਰ ਹੋ ਗਿਆ। ਤੇ ਆ ਪਿਛਲੇ ਦਿਨਾਂ ਦੇ ਵਿੱਚ ਤਾਂ ਮਹਾਰਾਸ਼ਟਰ ਦੇ ਵਿੱਚ ਵੀ ਆਪਰੇਸ਼ਨ ਲੋਟਸ ਹੋਰ ਤਰੀਕੇ ਨਾਲ ਹੋਇਆ। ਉੱਥੇ ਮਤਲਬ ਮੁੱਖ ਮੰਤਰੀ ਤਾਂ ਭਾਵੇਂ ਉਹਨਾਂ 'ਚੋਂ ਬਣਾ ਦਿੱਤਾ ਸ਼ਿਵ ਸੈਨਾ ਵਾਲਿਆਂ 'ਚੋਂ, ਪਰ ਉਹਦੇ ਪਿੱਛੇ ਜਿਹੜੀ ਹੈਗੀ ਸਾਰੀ ਲੋਟਸ ਦੀ ਜਿਹੜੀ ਹੈ ਉਹ ਸਰਗਰਮੀ ਸੀ ਜੀ। ਇਹ ਪਿਛਲੇ ਦਿਨਾਂ ਦੇ ਵਿੱਚ ਹੋਇਆ ਕਿ ਝਾਰਖੰਡ ਦੇ ਕਾਂਗਰਸ ਪਾਰਟੀ ਦੇ 3 MLAs ਨੂੰ ਜੀ ਇਨਫੋਰਮੇਸ਼ਨ ਕੋਈ ਮਿਲੀ ਹੋਣੀ ਹੈ ਤੇ ਕਲਕੱਤੇ ਦੇ ਵਿੱਚ ਗ੍ਰਿਫਤਾਰ ਕੀਤਾ ਬੰਗਾਲ ਦੀ ਪੁਲਿਸ ਨੇ। ਅੱਛਾ ਜੀ। ਜਦੋਂ ਗ੍ਰਿਫਤਾਰ ਕੀਤਾ ਤੇ ਉਹਨਾਂ ਦੀ ਤਲਾਸ਼ੀ ਲਈ ਤੇ ਕਹਿੰਦੇ ਆ ਜੀ ਫਿਰ ਬਹੁਤ ਮੋਟਾ ਪੈਸਾ ਨਿਕਲਿਆ ਉਹਨਾਂ ਕੋਲ। ਅੱਛਾ ਜੀ। ਇੱਕੇ ਗੱਡੀ ਦੇ ਵਿੱਚ 3 ਬੈਠੇ ਸੀ। ਜਦੋਂ ਪੈਸਾ ਨਿਕਲਿਆ ਤੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੇ ਵਿੱਚੋਂ ਕੁਛ ਇਨਕਸ਼ਾਫਾਤ ਹੋਏ ਤੇ ਉਹ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰਤਾ। ਅੱਛਾ ਜੀ। ਇੱਕ ਜਿਹੜੇ ਹੈਗੇ ਹੈ ਵਕੀਲ ਸਾਹਿਬ ਹੈ, ਨਾ ਉਹਨਾਂ ਦਾ ਰਾਜੀਵ ਕੁਮਾਰ ਹੈ। ਅੱਛਾ ਜੀ। ਔਰ ਉਹ ਵਕੀਲ ਸਾਹਿਬ ਪਟੀਸ਼ਨਾਂ ਪਾਉਣ ਵਾਲੇ ਵਕੀਲ ਜਾਣੇ ਜਾਂਦੇ ਹੈ। ਅੱਛਾ ਜੀ। ਇਹ ਜਾਣੇ ਜਾਂਦੇ ਆ ਕਿ ਜੀ ਉਹ ਕਰਪਸ਼ਨ ਦੇ ਖਿਲਾਫ ਲੜਦੇ ਹੈ ਔਰ ਉਹ ਮੁੱਖ ਮੰਤਰੀ ਦੇ ਖਿਲਾਫ ਜਿਹੜੀਆਂ ਕਾਫੀ ਸਾਰੀਆਂ ਪਟੀਸ਼ਨਾਂ ਹਾਈ ਕੋਰਟ ਵਗੈਰਾ 'ਚ ਪਾਉਂਦੇ ਜੀ। ਉਹਨਾਂ ਬਾਰੇ ਰਾਂਚੀ ਜਿਹੜਾ ਝਾਰਖੰਡ ਦਾ ਮੇਰਾ ਖਿਆਲ ਸੈਂਟਰੀ ਹੈ, ਕੈਪੀਟਲ ਹੈ, ਉੱਥੋਂ ਇੱਕ ਇਨਫੋਰਮੇਸ਼ਨ ਜਾਂਦੀ ਹੈ ਕਲਕੱਤਾ ਪੁਲਿਸ ਨੂੰ ਜੀ ਕਿ ਜਿਹੜਾ ਤੁਹਾਡਾ ਸੈਂਟਰਲ ਕੈਲਕਟਾ ਹੈ ਉੱਥੇ ਇੱਕ ਮਾਲ ਦੇ ਵਿੱਚ ਜਿਹੜੇ ਹੈਗੇ ਆ ਮਿਸਟਰ ਰਾਜੀਵ ਕੁਮਾਰ ਹੈ, ਯਾਰਾ ਉਹਨਾਂ ਦਾ ਜਿਹੜਾ ਹੈਗਾ ਕਿਰਦਾਰ ਸ਼ੱਕੀ ਹੈ, ਪੜਤਾਲ ਤਾਂ ਕਰੋ। ਤੇ ਉਹਨਾਂ ਨੇ ਜਦੋਂ ਰੇਡ ਕੀਤੀ ਤੇ ਉਹਨਾਂ ਨੇ ਮਿਲ ਗਏ ਰਾਜੀਵ ਕੁਮਾਰ। ਰਾਜੀਵ ਕੁਮਾਰ ਹੁਣ ਥਾਣੇ ਲੈ ਗਏ ਜੀ। ਤੇ ਥਾਣੇ ਲੈ ਜਾ ਕੇ ਜਦੋਂ ਰਾਜੀਵ ਕੁਮਾਰ ਦਾ ਦੇਖਿਆ ਤੇ ਜੀ ਫਿਰ ਨੋਟ ਡਿੱਗੇ ਦਾਨੇਲਗੇ ਸਾਹਿਬ, ਤੁਸੀਂ ਹੈਰਾਨ ਹੋਗੇ। ਰੁਪਈਆ 50 ਲੱਖ ਨਿਕਲਿਆ ਜੀ। 50 ਲੱਖ ਰੁਪਈਆ ਨਿਕਲਿਆ ਤੇ ਇਹਦੇ ਤੇ ਹੁਣ ਚਰਚਾ ਬਹੁਤ ਹੋਣ ਲੱਗੀ ਕਿ 50 ਲੱਖ ਰੁਪਈਆ ਆਇਆ ਕਿੱਥੋਂ। ਜਿਹੜੀ ਝਾਰਖੰਡ ਦੀ ਕਾਂਗਰਸ ਪਾਰਟੀ ਹੈ ਜੀ, ਉਹ ਕਹਿੰਦੀ ਹੈ ਕਿ ਇਹ ਅਸਲ ਦੇ ਵਿੱਚ ਆਪਰੇਸ਼ਨ ਲੋਟਸ ਹੈ ਔਰ ਕਾਂਗਰਸ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਨੂੰ ਤੋੜ ਕੇ ਤੇ ਜਿਹੜੀ ਸੁਮੰਤ ਸਰੇਨ ਦੀ
ਸਰਕਾਰ ਹੈ ਜੀ, ਉਹ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ ਤਾਂ ਕਿ ਉੱਥੇ ਭਾਰਤੀ ਜਨਤਾ ਪਾਰਟੀ ਆਪਦੀ ਸਰਕਾਰ ਬਣਾ ਲੇ। ਔਰ ਉਹਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਇਲਜ਼ਾਮ ਲਾਇਆ ਮੁੱਖ ਮੰਤਰੀ ਅਸਾਮ ਤੇ ਜੀ ਕਿ ਮਿਸਟਰ ਸ਼ਰਮਾ ਹੈ ਉੱਥੇ ਦੇ ਮੁੱਖ ਮੰਤਰੀ, ਕਿ ਅਸਲ ਦੇ ਵਿੱਚ ਆਪਰੇਸ਼ਨ ਲੋਟਸ ਦੇ ਪਿੱਛੇ ਉਹ ਹੈ ਦੌਲਤ ਜਿਹੜੀ ਹੈਗੀ ਹੈ ਉਹਨਾਂ ਦੇ ਕੋਲੇ ਪਹੁੰਚਦੀ ਹੈ, ਉੱਥੋਂ ਫਿਰ ਉਹ ਦੌਲਤ ਤਕਸੀਮ ਕਰਦੇ ਹੈ ਤੇ ਉਹਦੇ ਰਾਹੀਂ ਪਹਿਲਾਂ 3 MLA ਨੂੰ ਪਟਿਆ ਤੇ ਫਿਰ ਉਹ ਵਕੀਲ ਜਿਹੜਾ ਹੈਗਾ ਸ਼ਾਇਦ ਉਹ ਵਕੀਲ ਸੂਤਰਧਾਰ ਹੈ ਜਿਹੜੀ ਹੋਣ ਵਾਲੀ ਬਗਾਵਤ ਹੈ ਉਹਦਾ। ਖੈਰ ਇੱਕ ਵਾਰੀ ਤਾਂ ਉਹਨਾਂ ਨੇ ਕਹਿਤਾ ਜੀ ਸਾਡੀ ਪਾਰਟੀ ਮਜ਼ਬੂਤ ਹੈ, 3 ਬੰਦਿਆਂ ਨੂੰ ਅਸੀਂ ਜਿਹੜਾ ਹੈਗਾ ਸਸਪੈਂਡ ਕਰ ਦਿੱਤਾ ਹੈ ਔਰ ਬਾਕੀਆਂ ਦੇ ਤੇ ਸਾਡੀ ਨਿਗਰਾਨੀ ਹੈ, ਕੋਈ ਐਸੀ ਵੈਸੀ ਗੱਲ ਨਹੀਂ। ਪਰ ਇਹ ਗੱਲ ਮਹਾਰਾਸ਼ਟਰ ਦੇ ਵਿੱਚ ਵੀ ਕਹਿੰਦੇ ਸੀ ਜੀ, ਪਰ ਉਦੋਂ ਪਤਾ ਲੱਗਿਆ ਵੀ ਜਦੋਂ ਏਕਨਾਥ ਸ਼ਿੰਦੇ ਹੋਰੀ ਲੈ ਕੇ ਆਪਣੇ 20-22 MLA ਪਹੁੰਚ ਗਏ ਸੀਗੇ ਪਹਿਲਾਂ ਸੂਰਤ ਗੁਜਰਾਤ ਦੇ ਵਿੱਚ ਤੇ ਫਿਰ ਪਹੁੰਚ ਗਏ ਸੀਗੇ ਅਸਾਮ ਦੇ ਵਿੱਚ ਜੀ। ਅਸਾਮ ਦੇ ਵਿੱਚੋਂ ਪਟਮੇੜੀ ਪੈਂਦੀ ਹੈ ਅਸਲ ਦੇ ਵਿੱਚ, ਉੱਥੋਂ ਪਟਮੇੜੀ ਪਈ ਤੇ ਫਿਰ ਉਹ ਵੱਧਦੇ ਜੀ 20 ਤੋਂ 50 ਤੱਕ ਪਹੁੰਚ ਗਏ ਸੀ ਤੇ ਉਦੋਂ ਪਤਾ ਲੱਗਿਆ ਜਦੋਂ ਉਧਵ ਠਾਕਰੇ ਹੋਰਾਂ ਦਾ ਪਲਟਾ ਮੁੱਦਾ ਵੱਜ ਗਿਆ। ਤੇ ਹੁਣ ਖਬਰਾਂ ਆ ਰਹੀਆਂ ਵੀ ਪਲਟਾ ਵੱਜਿਆ ਕਿਵੇਂ ਜੀ। ਕਹਿੰਦੇ ਉਹਨਾਂ ਸਾਰੇ ਬੰਦਿਆਂ ਜਿਨ੍ਹਾਂ ਦੇ ਮਗਰ ਪਹਿਲਾਂ ਈਡੀ ਵਾਲੇ ਸੰਗਲ ਲਈ ਫਿਰਦੇ ਹੁੰਦੇ ਸੀ ਉਹ ਸਾਰੇ ਦੇ ਸਾਰੇ ਉਧਰ ਚਲੇ ਗਏ ਤੇ ਸਭ ਦੀਆਂ ਇਨਕੁਆਰੀਆਂ ਬੰਦ ਹੋ ਗਈਆਂ। ਸੋ ਇੱਕ ਪਾਸੇ ਪੈਸਾ, ਦੂਜੇ ਪਾਸੇ ਈਡੀ ਦਾ ਦਬਦਬਾ ਤੇ ਈਡੀ ਜਿਹੜੀ ਹੈ ਦਾਨੇਵਾਲੀਆ ਸਾਹਿਬ ਓਏ ਮੈਂ ਤਾਂ ਅੱਜ ਈਡੀ ਬਾਰੇ ਜਾਣਕਾਰੀ ਕੀਤੀ ਵੀ ਈਡੀ ਤਾਂ ਕੰਮ ਹੀ ਦਾ ਬੜਾ ਵਧੀਆ। ਅੱਛਾ ਜੀ। ਹਾਲਾਂਕਿ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ, ਜਿਹੜੀ ਉਹਨਾਂ ਦੀ ਕਾਰਵਾਈ ਹੈ, ਜਿਹੜੇ ਉਹਨਾਂ ਦੇ ਅਧਿਕਾਰ ਆ, ਸੁਪਰੀਮ ਕੋਰਟ ਨੇ ਵੀ ਉੱਤੇ ਮੋਹਰ ਲਾਤੀ। ਅੱਛਾ ਜੀ। ਆਮ ਤੌਰ ਤੇ ਇੰਡੀਅਨ ਪੀਨਲ ਕੋਡ ਦੇ ਤਹਿਤ ਜਾਂ ਕਿਸੇ ਐਕਟ ਦੇ ਤਹਿਤ ਜਿਵੇਂ NDPS ਐਕਟ ਵਗੈਰਾ ਜਿਹੜੇ ਕੇਸ ਰਜਿਸਟਰ ਹੁੰਦੇ ਉਹ ਕੇਸਾਂ ਦੀ ਜਿਹੜੀ ਪ੍ਰੋਸੀਡਿੰਗ ਹੈ ਜਿਹਨੂੰ ਆਪਾਂ ਟ੍ਰਾਇਲ ਕਹਿੰਦੇ ਆ ਉਹ CRPC ਦੇ ਮੁਤਾਬਕ ਚੱਲਦੀ ਹੈ, ਜ਼ਾਬਤਾ ਫੌਜਦਾਰੀ। ਲੇਕਿਨ ਇੱਥੇ ਜ਼ਾਬਤਾ ਫੌਜਦਾਰੀ ਨਹੀਂ ਹੈ, ਉਹ ਲਾਗੂ ਨਹੀਂ ਹੁੰਦਾ। ਇੱਥੇ ਸਿੱਧੇ ਇਖਤਿਆਰ ਹੈ, ਤੁਸੀਂ ਜਿਵੇਂ ਮਰਜ਼ੀ ਫੜ ਸਕਦੇ। ਤੇ ਇਹਦੇ ਚ ਇੱਕ ਹੋਰ ਹੈ ਕਿ ਛੇਤੀ ਕੀਤੇ ਬੰਦੇ ਦੀ ਜ਼ਮਾਨਤ ਨਹੀਂ ਹੁੰਦੀ ਜੇ ਈਡੀ ਫੜ ਲੇ। ਅੱਛਾ ਜੀ। ਜ਼ਮਾਨਤ ਵਾਲਾ ਕੇਸ ਤਾਂ ਬੜਾ ਵੱਲਾ ਹੈ। ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਸਰਕਾਰ ਦਾ ਜਾਂ ਈਡੀ ਦਾ ਵਕੀਲ ਅਪੀਅਰ ਨਹੀਂ ਹੁੰਦਾ ਉਨੀ ਦੇਰ ਤੱਕ ਜ਼ਮਾਨਤ ਦੇ ਉੱਤੇ ਸੁਣਵਾਈ ਹੁੰਦੀ ਨਹੀਂ ਜੀ। ਇਹ ਜ਼ਰੂਰੀ ਹੈ ਕਿ ਸਰਕਾਰ ਦਾ ਵਕੀਲ ਜਾਂ ਈਡੀ ਦਾ ਵਕੀਲ ਹੋਣਾ ਚਾਹੀਦਾ। ਲਓ ਜੀ, ਸੁਣਵਾਈ ਹੋ ਗਈ। ਕਹਿੰਦੇ ਵੀ ਜੱਜ ਨੂੰ ਆਪਣੇ ਪੱਧਰ ਤੇ ਤਸੱਲੀ ਕਰਨੀ ਪੈਣੀ ਹੈ ਕਿ ਇਹ ਬੰਦਾ ਜਿਹੜਾ ਹੈਗਾ ਇਹ ਉਹਨਾਂ ਗੁਨਾਹਗਾਰ ਜਾਪਦਾ ਨਹੀਂ ਜਿਹਨਾਂ ਈਡੀ ਕਹਿੰਦੀ ਹੈ। ਇਹ ਗਰੰਟੀ ਜੱਜ ਕਿਹੜਾ ਦੇ ਦੂਗਾ? ਕੋਈ ਨਹੀਂ ਦਿੰਦਾ। ਜਾਂ ਉਹ ਸਬੂਤਾਂ ਨਾਲ ਛੇੜਛਾੜ ਨਹੀਂ ਕਰੂਗਾ ਜਾਂ ਉਹ ਨਹੀਂ ਭੱਜੂਗਾ, ਇਹਦੀ ਜੱਜ ਕੋਲ ਕੀ ਗਰੰਟੀ ਹੈ? ਉਹਦੇ ਤਾਂ ਲਾਅ ਪੁਆਇੰਟ ਦੇ ਉੱਤੇ ਦੇਖਣਾ ਵੀ ਕੀ ਇਹਨੂੰ ਬੰਦੇ ਨੂੰ ਦਿੱਤੀ ਜਾ ਸਕਦੀ ਹੈ ਰਾਹਤ ਕਿ ਨਹੀਂ ਦਿੱਤੀ ਜਾ ਸਕਦੀ ਜੀ। ਔਰ ਇਹਦੇ ਨਾਲ ਦਾਨੇਵਾਲੀਆ ਸਾਹਿਬ ਮੇਰਾ ਖਿਆਲ ਹੈ ਵੀ ਜਿਹੜਾ ਇਸ ਕਿਸਮ ਦਾ ਕੇਸ ਹੈ ਕਿ ਉਹਦੀ ਜਾਇਦਾਦ ਜਦੋਂ ਮੈਂ ਮਰਜ਼ੀ ਤੁਸੀਂ ਜ਼ਬਤ ਕਰ ਲਓ ਜੀ। ਈਡੀ ਦੀ ਜਦੋਂ ਇੰਨੀ ਵਰਤੋਂ ਹੋਣੀ ਹੈ ਤੇ ਫਿਰ ਵੱਡੇ ਵੱਡੇ ਲੋਕ ਹੈ ਜਿਹੜੇ ਉਹ ਵੀ ਗਿਰ ਜਾਂਦੇ। ਸ਼ਿਵ ਸੈਨਾ ਵਰਗੀ ਪਾਰਟੀ ਜਿਹੜੀ ਬੜੀ ਡਿਸਪਲਿਨ ਸਮਝਿਆ ਜਾਂਦਾ ਸੀ ਜੀ, ਤੇ ਜੇ ਉਹ ਵੀ ਟੁੱਟ ਗਈ ਹੈ ਤੇ ਫਿਰ ਆਪਰੇਸ਼ਨ ਲੋਟਸ ਤੇ ਆਪਰੇਸ਼ਨ ਈਡੀ ਤਾਂ ਬਹੁਤ ਕੁਝ ਕਰ ਸਕਦਾ। ਦੋਨਾਂ ਨੂੰ ਜੇ ਲੋਟਸ ਨੂੰ ਤੇ ਈਡੀ ਨੂੰ ਮਿਲਾ ਦਿੱਤਾ ਜਾਵੇ ਜਿਹੜਾ ਕਿ ਅੱਜ ਕੱਲ੍ਹ ਮਿਲਿਆ ਹੋਇਆ ਤਾਂ ਪਾਣਾ ਤਾਂ ਫਿਰ ਵਰਤਦਾ ਹੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ ਜੀ ਤੁਹਾਡੀ। ਸੋ ਪ੍ਰੋਗਰਾਮ ਸ਼ਮਦਾਨ ਨੂੰ ਇੱਥੇ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਹਾਂ ਜੀ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।